ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰੂ ਜੋ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਇਹ ਜੋ ਆਪਾਂ ਸੰਸਾਰ ਦੇ ਵਿੱਚ ਆਏ ਹਾਂ, ਇਸ ਲੋਕ ਨੂੰ ਕਾਲ ਦਾ ਦੇਸ਼ ਕਹਿੰਦੇ, ਤ੍ਰੈ ਗੁਣਾਂ ਨੂੰ ਭਵ ਸਾਗਰ ਦਾ ਨਾਮ ਦਿੱਤਾ ਹੈ, ਮਾਇਆ ਨੂੰ। ਹੁਣ ਇਸ ਭਵ ਸਾਗਰ ਦੇ ਵਿੱਚੋਂ ਅਸੀਂ ਕਿਵੇਂ ਪਾਰ ਹੋਣਾ ਤੇ ਆਪਦੇ ਦੇਸ਼ ਵਾਪਸ ਪਰਲੋਕ ਨੂੰ ਜਾਣਾ। ਹੁਣ ਇਸ ਭਵ ਸਾਗਰ ਨੂੰ ਫਿਰ ਸੰਤ ਜਨ, ਗੁਰਮੁਖ, ਗੁਰਸਿੱਖ ਜਿਹੜੇ ਪਾਰ ਕਰ ਜਾਂਦੇ ਤੇ ਉਹਨਾਂ ਵੱਲ ਦੇਖ ਕੇ ਫਿਰ ਆਪਣੇ ਵੀ ਮਨ ਨੂੰ ਧੀਰਜ ਆਉਂਦਾ, ਉਹ ਆਪਾਂ ਨੂੰ ਵੀ ਤਸੱਲੀ ਦਿਵਾਉਂਦੇ ਵੀ ਤੁਸੀਂ ਵੀ ਲੰਘ ਸਕਦੇ, ਤੁਸੀਂ ਵੀ ਇਹ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ ਹੋ। ਜਿਨ੍ਹਾਂ ਨੇ ਫਿਰ ਉਹਨਾਂ ਗੁਰਮੁਖਾਂ ਦੀ, ਸੰਤਾਂ ਦੀ ਸੰਗਤ ਕੀਤੀ, ਉਹਨਾਂ ਦੇ ਬਚਨਾਂ ਨੂੰ ਕਮਾਇਆ, ਮੰਨਿਆ, ਤੇ ਉਹ ਭਵ ਸਾਗਰ ਤੋਂ ਪਾਰ ਹੋ ਗਈ। ਜਿਹੜੇ ਸੰਸਾਰ ਦੇ ਵਿੱਚ ਹੀ ਰਹੇ, ਸੰਸਾਰ ਦੇ ਪਦਾਰਥ ਇਕੱਠੇ ਕਰਨ ਲੱਗੇ ਰਹੇ, ਮਾਇਆ ਇਕੱਠੀ ਕਰਨ ਲੱਗੇ ਰਹੇ, ਨਾਮ ਦਾ ਭੇਦ ਨਾ ਲਿਆ, ਉਹ ਇਹ ਭਵ ਸਾਗਰ 'ਚ ਡੁੱਬ ਜਾਂਦੇ ਤੇ ਉਹਨਾਂ ਨੂੰ ਫਿਰ ਇਹ ਜਮਾਂ ਦੀ ਜਿਹੜੀ ਸਜ਼ਾ ਇਹ ਮਾਰ ਸਹਿਣੀ ਪੈਂਦੀ। ਮਾਰੇ ਫਰਮਾਨ ਕਰਦੇ ਨੇ, ਸੈਲ ਲਗੰਦੇ ਪਾਰ, ਗੋਰੀ ਮਨ ਧੀਰਿਆ, ਕਾਂਚਨ ਵੰਨੇ ਪਾਸੇ, ਕਲਵਤ ਚੀਰਿਆ। ਬਈ ਉਹ ਸ਼ੈਲ ਗੱਭਰੂ, ਉਹ ਸੰਤ ਜਨ ਜਿਹੜੇ ਭਵ ਸਾਗਰ ਨੂੰ ਪਾਰ ਕਰਨਗੇ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੀ ਵਿਚਾਰ ਸੁਣ ਕੇ ਸਾਡੇ ਮਨ ਨੂੰ ਧੀਰਜ ਆਉਂਦੀ। ਸਾਡਾ ਜਿਹੜਾ ਮਨ ਉਹਨੂੰ ਸੁੱਖ ਮਿਲਦਾ, ਉਹਨੂੰ ਸ਼ਾਂਤੀ ਆਉਂਦੀ ਹੈ। ਤੇ ਜਿਹੜੇ ਇੱਧਰ
ਭਾਵ ਸਾਗਰ ਦੇ ਵਿੱਚ ਹੀ ਰਹੇ। ਜਿਨ੍ਹਾਂ ਨੇ ਸੰਗਤ ਨਹੀਂ ਕੀਤੀ, ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ, ਗੁਰੂ ਦੀ ਮੱਤ ਨਹੀਂ ਲਈ, ਉਹ ਫਿਰ ਇਹ ਕਲਬਤ ਨਾਲ ਚੀਰੇ ਜਾਂਦੇ, ਉਹ ਆਰੇ ਨਾਲ ਚੀਰੇ ਜਾਂਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਅਸੀਂ ਕਿਵੇਂ ਇਹ ਭਵ ਸਾਗਰ ਤੋਂ ਪਾਰ ਲੰਘਣ। ਭਵ ਸਾਗਰ ਹੈ ਕੀ ਹੈ, ਕਿਸ ਨੂੰ ਭਵ ਸਾਗਰ ਕਹਿੰਦੇ, ਸਾਡੇ ਅੰਦਰ ਭਵ ਸਾਗਰ ਕਿੱਥੇ ਹੈ, ਇਹਦਾ ਭੇਦ ਫਿਰ ਸਾਨੂੰ ਸੰਗਤ ਕਰਕੇ ਮਿਲਦਾ। ਉਹਦਾ ਸਾਨੂੰ ਇਹ ਭੇਦ ਨਹੀਂ ਆਉਂਦਾ ਵੀ ਉਹ ਭਵ ਸਾਗਰ ਹੈ ਕਿੱਥੇ। ਸਾਡੇ ਅੰਦਰ ਜੋ ਭਵ ਸਾਗਰ ਹੈ ਇਹ ਆਪਣੇ ਨੇਤਰ, ਅੱਖਾਂ ਤੇ ਆਪਣੀ ਜਿਹੜੀ ਇਹ ਨਾਭੀ ਹੈ, ਜਿਹਨੂੰ ਆਪਾਂ ਧੁਨੀ ਕਹਿੰਦੇ ਹਾਂ, ਇੱਥੋਂ ਤੋਂ ਲੈ ਕੇ ਇੱਥੇ ਆਪਣੀ ਨਾਭੀ ਧੁਨੀ ਤੱਕ ਹੀ ਭਵ ਸਾਗਰ। ਇਹ ਭਵ ਸਾਗਰ ਦੇ ਵਿੱਚ ਸਾਨੂੰ ਪਿਆਰ ਨੂੰ ਇਹ ਚੌਥਾ ਯੁੱਗ ਹੈ। ਅਸੀਂ ਇੰਨਾ ਕੁ ਪੈਂਡਾ ਤੈਅ ਨਹੀਂ ਕਰ ਸਕੇ ਵੀ ਇੱਥੋਂ ਅਸੀਂ ਬਾਹਰ ਨਿਕਲ ਜਾਈਏ। ਇਹ 2 ਫੁੱਟ ਦਾ ਜਿਹੜਾ ਆਪਣੇ ਅੰਦਰ ਸਮਝ ਲਓ ਵੀ ਇਹ ਅੱਖਾਂ ਤੋਂ ਨਾਭੀ ਤੱਕ ਕਿੰਨਾ ਕੁ ਇਹ ਜਿਹੜਾ ਹੈਗਾ ਵਾ ਪੈਂਡਾ, ਤੇ ਇੰਨਾ ਕੀ ਅਸੀਂ ਤੈਅ ਨਹੀਂ ਕਰ ਸਕੇ, ਕਿਉਂਕਿ ਗੁਰੂ ਦੀ ਮੱਤ ਤੋਂ ਬਿਨਾਂ ਸਾਨੂੰ ਇਹ ਭੇਦ ਨਹੀਂ ਆਉਂਦਾ ਵੀ ਇਹ ਭਵ ਸਾਗਰ ਕਿੱਥੇ ਹੈ ਤੇ ਅਸੀਂ ਇਸ ਨੂੰ ਕਿਵੇਂ ਪਾਰ ਲੰਘਣਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇੱਥੋਂ ਤੋਂ ਲੈ ਕੇ ਇੱਥੇ ਨਾਭੀ ਤੱਕ ਇਹ ਭਵ ਸਾਗਰ ਇਹ ਵਿਚਾਰਾਂ ਦਾ ਖੇਲ ਚੱਲਦਾ ਹੈ। ਵਿਚਾਰਾਂ ਦਾ ਭਵ ਸਾਗਰ ਹੈ ਫੁਰਨਿਆਂ। ਹੁਣ ਇੱਥੇ ਸਾਡੇ ਵਿਚਾਰ ਚੱਲਦੇ, ਮਾਇਆ ਚੱਲਦੀ, ਤੇ ਮਨ ਇਹਨਾਂ ਦੇ ਵਿੱਚ ਇਹ 9 ਦਰਾਂ ਦੇ ਵਿੱਚ ਇਹ ਮਾਇਆ ਜਿਹੜੀ ਇਹਦਾ ਅਸਰ ਹੁੰਦਾ ਹੈ। ਜੇ ਅਸੀਂ ਹੁਣ ਇੱਥੋਂ ਆਪਣੇ ਘਰ 10ਵੇਂ ਦਵਾਰ ਚਲੇ ਜਾਈਏ, ਅਜਮਹਿਲ 'ਚ ਚਲੇ ਜਾਈਏ, ਤੇ ਅਸੀਂ ਇਹ ਭਵ ਸਾਗਰ ਤੋਂ ਬਾਹਰ ਨਿਕਲ ਕੇ ਉੱਪਰ ਚਲੇ ਗਏ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਫਿਰ ਸਾਡੇ ਮਨ ਨੂੰ ਧੀਰਜ ਆਉਂਦਾ, ਸਾਡਾ ਮਨ ਰੁਕਦਾ। ਜਦੋਂ ਸਾਨੂੰ ਇਹ ਪਹਿਲਾਂ ਗਿਆਨ ਹੁੰਦਾ, ਸਾਨੂੰ ਸੋਝੀ ਆਉਂਦੀ ਹੈ ਬਈ ਇਹ ਭਵ ਸਾਗਰ ਹੈ ਕਿੱਥੇ ਹੈ ਤੇ ਕਿਹੋ ਜਿਹਾ ਭਵ ਸਾਗਰ ਹੈ ਤੇ ਕਿਵੇਂ ਅਸੀਂ ਇਹਨੂੰ ਹੁਣ ਪਾਰ ਹੋਣਾ ਹੈ। ਆਪਾਂ ਨੂੰ ਫਿਰ ਸਮਝਾਉਂਦੇ ਵੀ ਗੁਰੂ ਦੇ ਸ਼ਬਦ ਦੁਆਰਾ ਅਸੀਂ ਇਸ ਭਵ ਸਾਗਰ ਤੋਂ ਪਾਰ ਲੰਘਣਾ। ਜੋ ਮਹਾਰਾਜ ਆਪਾਂ ਨੂੰ ਰੋਜ਼ ਫਰਮਾਉਂਦੇ, ਭਵ ਜਲ ਵੇਖਮ ਸਗਾਹੋ ਗੁਰ ਸ਼ਬਦੀ ਵਾਰ ਪਾਈ। ਇਹ ਜੋ ਭਵ ਸਾਗਰ ਹੈ, ਭਵ ਜਲ, ਗੁਰੂ ਦੇ ਸ਼ਬਦ ਦੁਆਰਾ ਇਹਨੂੰ ਅਸੀਂ ਪਾਰ ਲੰਘਣਾ। ਹੁਣ ਆਪਾਂ ਨੂੰ ਫਿਰ ਦੱਸਦੇ ਵੀ ਉਹ ਗੁਰੂ ਦਾ ਸ਼ਬਦ ਕਿੱਥੇ ਹੈ, ਕਿਹੜਾ ਉਹ ਸ਼ਬਦ ਹੈ ਵੀ ਜਿਹਦੇ ਦੁਆਰਾ ਅਸੀਂ ਇਹ ਭਵ ਸਾਗਰ ਤੋਂ ਪਾਰ ਹੋਣਾ। ਉਸ ਫਿਰ ਸ਼ਬਦ ਤੱਕ ਪਹੁੰਚਣ ਵਾਸਤੇ ਇਹ ਆਪਾਂ ਪਹਿਲਾਂ ਸਿਮਰਨ ਕਰਦੇ ਹਾਂ। ਜਿਹੜਾ ਇਹ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ, ਇਹ ਇਸੇ ਵਾਸਤੇ ਕਰਦੇ ਹਾਂ ਵੀ ਅਸੀਂ ਉਹ ਸ਼ਬਦ ਗੁਰੂ ਤੱਕ ਪਹੁੰਚ ਸਕੀਏ, ਜਿਸ ਦੇ ਨਾਲ ਸਾਡੀ ਸੁਰਤੀ ਨੇ ਮਿਲ ਕੇ ਭਵ ਸਾਗਰ ਤੋਂ, ਭਵ ਜਲ ਤੋਂ ਪਾਰ ਲੰਘਣਾ। ਹੁਣ ਉਹ ਜਿਹੜਾ ਸ਼ਬਦ ਹੈ ਉਸ ਨੂੰ ਬੇੜਾ ਵੀ ਆਖੀਏ, ਜਹਾਜ਼, ਸਤਿਗੁਰ ਦਾ ਬੋਹਿਥ, ਜਿਹਦੇ ਉੱਤੇ ਅਸੀਂ ਸਵਾਰ ਹੋ ਕੇ ਸਾਡੀ ਸੁਰਤੀ ਨੇ ਭਵ ਸਾਗਰ ਤੋਂ ਪਾਰ ਹੋਣਾ। ਜਿਸ ਵਰਤਾਏ ਮਹਾਰਾਜ ਕਹਿੰਦੇ ਨੇ ਬਈ ਇਹ ਜਿਹੜਾ ਬੋਹਿਥ ਬੇੜਾ ਹੈ, ਗੁਰੂ ਦਾ ਸ਼ਬਦ ਹੈ, ਜਹਾਜ਼, ਜਿਹਦੇ ਦੁਆਰਾ ਸਾਡੇ ਸੁਰਤੀ ਨੇ ਮਨ ਨੇ ਪਾਰ ਹੋਣਾ। ਤੇ ਜਿੱਥੇ ਪੌਣ ਪਾਣੀ ਅਗਨ ਖਤਮ ਹੋ ਜਾਂਦੀ, ਇਹ ਸਰੀਰ ਜਿਹੜਾ ਇਹ ਖਤਮ ਹੋ ਜਾਂਦਾ, ਉੱਥੇ ਸਾਡੀ ਸੁਰਤੀ ਦਾ ਸਫ਼ਰ ਹੈ, ਸਾਡੇ ਮਨ ਦਾ ਸਫ਼ਰ ਹੈ, ਜਿਸ ਨੂੰ ਮਹਾਰਾਜ ਫਿਰ ਗੁਰਬਾਣੀ 'ਚ ਰਮਾਉਂਦੇ ਆਪਾਂ ਨੂੰ। ਸਤਿਗੁਰ ਹੈ ਬੋਹਿਥਾ, ਸ਼ਬਦ ਲਗਾਵਣ ਹਾਰ, ਤਿੱਥੇ ਪਾਉਣ ਨਾ ਪਾਵ ਕੋ, ਨਾ ਜਲ ਨਾ ਆਕਾਰ,
ਗੁਰਮੁਖ ਲੰਘੇ ਸੇ ਪਾਰ ਪਏ, ਸੱਚੇ ਸਿਉ ਲਿਵ ਲਾਏ, ਆਵਾ ਗੌਣ ਨਿਵਾਰਿਆ ਜੋਤੀ ਜੋਤ ਮਲਾਈ। ਕਿ ਉੱਥੇ ਜਾ ਕੇ ਸਾਡਾ ਜਦੋਂ ਭਵ ਸਾਗਰ ਤੋਂ ਅਸੀਂ ਪਾਰ ਲੰਘੀ ਸਾਡੀ ਸੁਰਤੀ, ਫਿਰ ਗੁਰਮੁਖ ਜਿਹੜੇ ਪਾਰ ਹੋ ਗਏ, ਉਹ ਸ਼ੈਲ ਗੱਭਰੂ ਜਿਹੜੇ ਮਹਾਰਾਜ ਕਹਿੰਦੇ ਵੀ ਉਹ ਪਾਰ ਹੋ ਗਏ ਸੰਤ, ਅਤੇ ਉਹ ਫਿਰ ਜਾ ਕੇ ਉੱਥੇ ਸਾਡੀ ਜੋਤ ਦੇ ਵਿੱਚ ਜੋਤ ਸਮਾਉਂਦੀ, ਮਨ ਹੈ ਜਿਹੜਾ ਉਹ ਸੱਚ ਦੇ ਵਿੱਚ ਮਾਲਕ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ। ਹੁਣ ਜਦ ਤੱਕ ਅਸੀਂ ਇਹ ਭਵ ਸਾਗਰ ਤੋਂ ਪਾਰ ਨਹੀਂ ਹੁੰਦੇ, ਉਹਨਾਂ ਸਮਾਂ ਅਸੀਂ ਵਾਰ-ਵਾਰ ਫਿਰ ਇਹ ਭਵ ਸਾਗਰ ਤ੍ਰੈ ਗੁਣਾਂ ਦੇ ਵਿੱਚ ਆਈ ਜਾਂਦੇ ਹਾਂ। ਅਸੀਂ ਜੰਮਦੇ ਮਰਦੇ ਵਾਰ-ਵਾਰ ਇਹਨਾਂ ਜੂਨਾਂ ਦੇ ਵਿੱਚ ਆਉਂਦੇ ਹਾਂ। ਹੁਣ ਹੋਰਾਂ ਜੂਨਾਂ ਦੇ ਵਿੱਚ ਤਾਂ ਇਹ ਕਿਸੇ ਨੂੰ ਗਿਆਨ ਨਹੀਂ ਭਵ ਸਾਗਰ ਦਾ, ਵੀ ਇਹ ਭਵ ਸਾਗਰ ਕਿੱਥੇ ਹੈ, ਇਹਨੂੰ ਅਸੀਂ ਕਿਵੇਂ ਪਾਰ ਹੋਣਾ। ਸਿਰਫ ਇੱਕ ਮਾਨਸ ਜਾਮਾ ਹੀ ਹੈ ਜਿਹਦੇ ਵਿੱਚ ਆਪਾਂ ਨੂੰ ਹੁਣ ਇਹ ਮੌਕਾ, ਹੁਣ ਇਹ ਵਾਰੀ ਦਿੱਤੀ ਜਾਂਦੀ ਹੈ ਕਿ ਹੁਣ ਆਪਾਂ ਇਹ ਭਵ ਸਾਗਰ ਦਾ ਭੇਤ ਲੈ ਕੇ ਹੁਣ ਅਸੀਂ ਇਹ ਤੋਂ ਪਾਰ ਹੋ ਸਕਦੇ ਹਾਂ। ਹੋਰ ਕਿਸੇ ਜੂਨ 'ਚ ਮੌਕਾ, ਇਹ ਵਾਰੀ ਨਹੀਂ ਹੈ। ਜੇ ਆਪਾਂ ਹੁਣ ਵੀ ਇਹ ਭਵ ਸਾਗਰ ਤੋਂ ਪਾਰ ਨਹੀਂ ਲੰਘਦੇ ਅਤੇ ਫਿਰ ਅਸੀਂ ਵਾਪਸ ਫਿਰ ਜੂਨਾਂ 'ਚ ਮੁੜ ਜਾਂਗੇ, ਅਤੇ ਫਿਰ ਤਾਂ ਇਹ ਵਾਰੀ ਹੈ ਹੀ ਨਹੀਂ, ਫਿਰ ਤਾਂ ਇਹ ਮੌਕਾ ਹੈ ਹੀ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਵੇਲਾ ਹੈ, ਹੁਣ ਮੌਕਾ, ਹੁਣ ਵਾਰੀ ਹੈ, ਹੁਣ ਤੁਸੀਂ ਇਹ ਭੇਤ ਲੈ ਕੇ ਤੋਂ ਜਿੰਨਾ ਛੇਤੀ ਹੋ ਸਕਦਾ ਤੋਂ ਪਾਰ ਲੰਘ ਜਾਓ, ਕਿਉਂਕਿ ਸਮੇਂ ਦਾ ਪਤਾ ਕੋਈ ਨਹੀਂ ਕਦੋਂ ਸਾਡਾ ਸਮਾਂ ਖਤਮ ਹੋ ਜਾਣਾ। ਅਤੇ ਆਪਾਂ ਨੂੰ ਕਹਿੰਦੇ ਵੀ ਵੇਲਾ ਰਹਿੰਦੇ ਰਹਿੰਦੇ ਤੁਸੀਂ ਇਹ ਭਵ ਸਾਗਰ ਤੋਂ ਆਪਦਾ ਬੇੜਾ ਜਿਹੜਾ ਉਹ ਪਾਰ ਲੰਘਾ ਲਓ। ਇਹ ਜਿਹੜਾ ਭਵ ਸਾਗਰ, ਇਹਦੇ ਵਿੱਚ ਲਹਿਰਾਂ ਉੱਠਦੀਆਂ ਤੇ ਜੇ ਤੂਫਾਨ ਉੱਠਦੇ ਨੇ, ਜਿਵੇਂ ਆਪਾਂ ਸਮੁੰਦਰ 'ਚ ਦੇਖਦੇ ਹਾਂ ਵੀ ਤੂਫਾਨ ਆਉਂਦੇ, ਭੁਚਾਲ ਆਉਂਦਾ, ਅਤੇ ਲਹਿਰਾਂ ਕਿੰਨੀਆਂ ਕਿੰਨੀਆਂ ਉੱਪਰ ਉੱਠਦੀਆਂ, ਅਤੇ ਉਹ ਫਿਰ ਜਿਹੜਾ ਸਮਝਦਾਰ ਹੈ ਉਹ ਪਹਿਲਾਂ ਹੀ ਆਪਦੇ ਬੇੜੇ ਨੂੰ ਕਿਨਾਰੇ 'ਤੇ ਲਾ ਲੈਂਦੇ। ਇਸੇ ਤਰ੍ਹਾਂ ਹੀ ਹੁਣ ਸਤਿਗੁਰੂ ਸਾਨੂੰ ਕਹਿੰਦੇ ਵੀ ਹੁਣ ਵੇਲਾ, ਹੁਣ ਤੁਸੀਂ ਆਪਦੇ ਬੇੜੇ ਨੂੰ ਬੰਨ੍ਹ ਲਓ। ਅਤੇ ਨਹੀਂ ਤਾਂ ਜਦੋਂ ਸਮਾਂ ਆ ਜਾਂਦਾ ਹੈ ਫਿਰ ਉਹ ਲਹਿਰਾਂ ਇੰਨੀਆਂ ਜ਼ਿਆਦਾ ਉੱਚੀਆਂ ਉੱਠਦੀਆਂ ਅਤੇ ਅਸੀਂ ਆਖੀਏ ਵੀ ਹੁਣ ਤਰ ਜਾਈਏ, ਫਿਰ ਉਦੋਂ ਤਰਿਆ ਨਹੀਂ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਵੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦਹੇਲਾ। ਵੀ ਜਦੋਂ ਇਹ ਸਰਵਰ ਸਮਝ ਲਓ ਵੀ ਭਰ ਗਿਆ ਨੱਕਾ ਨੱਕ, ਅਤੇ ਉਦੋਂ ਫਿਰ ਡੁੱਲਣਾ ਸ਼ੁਰੂ ਹੋ ਜਾਂਦਾ ਬਾਹਰ ਨੂੰ, ਅਤੇ ਫਿਰ ਆਖੀਏ ਵੀ ਹੁਣ ਤਰ ਜਾਈਏ, ਅਤੇ ਫਿਰ ਤਰਿਆ ਨਹੀਂ ਜਾਂਦਾ। ਜਦੋਂ ਜੀ ਬਜ਼ੁਰਗ ਹੋ ਗਿਆ ਅਤੇ ਸਰੀਰ ਜਿਹੜਾ ਇਹ ਸਾਥ ਛੱਡ ਜਾਂਦਾ, ਗਿਆਨ ਇੰਦਰੀ ਕਰਮ ਇੰਦਰੀ ਸਾਥ ਛੱਡ ਜਾਂਦੇ, ਫਿਰ ਆਖੀਏ ਵੀ ਹੁਣ ਕਰ ਲਾ, ਅਤੇ ਉਦੋਂ ਹੁੰਦਾ ਨਹੀਂ। ਉਦੋਂ ਆਖੀਏ ਵੀ ਸੰਗਤ ਕਰ ਲਾ, ਉਦੋਂ ਤੁਰਿਆ ਵੀ ਨਹੀਂ ਜਾਂਦਾ, ਸੰਗਤ ਤਾਂ ਕਰਨਾ ਦੂਰ ਦੀ ਗੱਲ ਰਹੇ। ਉਦੋਂ ਦਾ ਫਿਰ ਉਹ ਆਪਦੀ ਕਿਰਿਆ ਵੀ ਨਹੀਂ ਸੋਚ ਸਕਦਾ। ਇਸ ਲਈ ਮਹਾਰਾਜ ਕਹਿੰਦੇ ਫਿਰ ਉਦੋਂ ਜੀਵ ਨੂੰ ਵੀ ਇਹ ਪ੍ਰਾਣੀ ਵੀ ਹੁਣ ਤੂੰ ਕੀ ਕਰੇਂਗਾ ਦੱਸ, ਜਦੋਂ ਤੇਰੇ ਕੋਲ ਵੇਲਾ ਸੀ ਉਦੋਂ ਤੂੰ ਆਪਦਾ ਬੇੜਾ ਬੰਨ੍ਹਿਆ ਨਹੀਂ। ਅਤੇ ਉਦੋਂ ਫਿਰ ਉਹ ਹਾਲਤ ਹੋ ਜਾਂਦੀ ਵੀ ਜਿਹੜੇ ਇਹ ਨੇਤਰਾਂ 'ਚੋਂ ਆਪ ਮਹਾਰੇ ਨੀਰ ਵਗਦਾ, ਪਾਣੀ ਨਿਕਲੀ ਜਾਂਦਾ, ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ, ਕੇਸ ਸੀ ਜਿਹੜੇ ਉਹ ਕਾਲਿਆਂ ਤੋਂ ਦੁੱਧ ਚਿੱਟੇ ਬਣ ਗਏ, ਅਤੇ ਕੰਠ ਦੇ ਵਿੱਚ ਆਵਾਜ਼ ਨਹੀਂ ਨਿਕਲਦੀ, ਬੋਲਿਆ ਨਹੀਂ ਜਾਂਦਾ। ਅਤੇ ਸਤਿਗੁਰੂ ਕਹਿੰਦੇ ਵੀ ਹੁਣ ਦੱਸ ਹੁਣ ਕੀ ਕਰੇਗਾ, ਜਦੋਂ ਵੇਲਾ ਸੀ ਉਦੋਂ ਬੇੜਾ ਬੰਨ੍ਹਿਆ ਨਹੀਂ। ਮਹਾਰਾਜ ਕਹਿੰਦੇ, ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ। ਬਈ ਹੁਣ ਦੇਖ ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਕਾਲਿਆਂ ਤੋਂ, ਅੱਖਾਂ 'ਚੋਂ ਤੇਰੇ ਨੀਰ ਵਗਦਾ, ਕੰਨਾਂ ਤੋਂ ਤੈਨੂੰ ਸੁਣਦਾ ਕੋਈ ਨਹੀਂ,
ਕੰਠ 'ਚੋਂ ਤੇਰੀ ਆਵਾਜ਼ ਨਹੀਂ ਨਿਕਲਦੀ ਤੇ ਤੋਂ ਬੋਲਿਆ ਨਹੀਂ ਜਾਂਦਾ। ਹੁਣ ਤੂੰ ਆਖੇ ਹੁਣ ਤੂੰ ਭਵ ਸਾਗਰ ਤੋਂ ਪਾਰ ਲੰਘ ਜਾਏਗਾ, ਹੁਣ ਕਿਵੇਂ ਲੰਘੇਗੀ? ਸੋ ਇਸ ਵਾਸਤੇ ਸਾਡਾ ਇੱਕੋ ਹੀ ਮਕਸਦ ਹੈ ਇਹ ਸੰਸਾਰ 'ਚ ਆਉਣ ਦਾ, ਭਵ ਸਾਗਰ ਤੋਂ ਪਾਰ ਲੰਘਣਾ। ਜੇ ਤਾਂ ਅਸੀਂ ਲੰਘ ਕੇ ਆਪਦੇ ਘਰ 'ਚ ਆਉਣ ਜਾਣ ਬਣਾ ਲਏ ਆ ਤੇ ਆਪਾਂ ਜੀਵਨ ਦੀ ਬਾਜੀ ਨੂੰ ਜਿੱਤ ਗਏ, ਤੇ ਫਿਰ ਆਪਾਂ ਸੰਸਾਰ 'ਚ ਜਿਵੇਂ ਮਰਜ਼ੀ ਵਿਚਰ ਸਕਦੇ ਹਾਂ, ਬੇਫਿਕਰ ਚਿੰਤਾ ਰਹਿਤ ਹੋ ਕੇ। ਕਿਉਂਕਿ ਜਿਹੜਾ ਕਾਰਜ ਅਸੀਂ ਕਰਨ ਵਾਸਤੇ ਆਏ ਸੀ ਉਹ ਅਸੀਂ ਸਵਾਰ ਲਏ, ਤੇ ਹੁਣ ਜਿੰਨਾ ਸਮਾਂ ਦਿੱਤਾ ਮਾਲਕ ਨੇ, ਤੇ ਮਾਲਕ ਦਾ ਸਿਮਰਨ ਕਰਕੇ ਉਹਦੇ ਗੁਣ ਗਾ ਕੇ ਕੱਢ ਲੈਣਾ, ਤੇ ਜਦੋਂ ਬੁਲਾਏਗਾ ਉਦੋਂ ਚਲੇ ਜਾਵਾਂਗੇ। ਸੋ ਇਸ ਵਾਸਤੇ ਆਪਾਂ ਨੂੰ ਫਿਰ ਕਹਿੰਦੇ ਵੀ ਛੇਤੀ ਨਾਲ ਜਿਹੜਾ ਆਪਦਾ ਕਾਰਜ ਤੁਸੀਂ ਸਵਾਰ ਲਓ, ਸ਼ੀਘਰ ਕਾਰਜ ਲਿਓ ਸਵਾਰ ਵੀ ਸ਼ੀਘਰ ਛੇਤੀ, ਕਿਉਂਕਿ ਸਮੇਂ ਦਾ ਪਤਾ ਕੋਈ ਨਹੀਂ ਵੀ ਕਿਹੜੇ ਵੇਲੇ ਸਾਡਾ ਖਤਮ ਹੋ ਜਾਣਾ। ਇੱਕ ਦਮ ਦੇ ਆਪਾਂ ਜੀਵ। ਹੁਣ ਜੀਵ ਕਿੰਨੀ ਦੂਰ ਦੂਰ ਤੱਕ ਸੋਚਦਾ ਵੀ ਮੈਂ ਆਹ ਕਰਾਂਗਾ, ਆਉਣ ਵਾਲੇ ਸਮੇਂ 'ਚ ਆਹ ਕਰਾਂਗਾ, ਆਹ ਕਰਾਂਗਾ, ਤੇ ਸਤਿਗੁਰੂ ਕਹਿੰਦੇ ਇੱਕ ਦਮ ਦਾ ਭਰੋਸਾ ਨਹੀਂ ਹੈ ਵੀ ਇੱਕ ਦਮ ਦੇ ਅਸੀਂ ਜੀਵ। ਜੇ ਤਾਂ ਸਾਨੂੰ ਦਮ ਸਵਾਸ ਆ ਰਹੇ ਤੇ ਅਸੀਂ ਆਦਮੀ ਹਾਂ, ਜੇ ਸਵਾਸ ਨਹੀਂ ਆਇਆ ਤੇ ਕੁਛ ਵੀ ਨਹੀਂ। ਤੇ ਜਿਹੜਾ ਅਸੀਂ ਕੰਮ ਕਾਰ ਕਰਦੇ ਹਾਂ ਸਭ ਇੱਥੇ ਦਾ ਇੱਥੇ, ਧਰੇ ਦਾ ਧਰੇ ਹੀ ਰਹਿ ਜਾਣ। ਜਿਹਨੂੰ ਅਸੀਂ ਆਪਦਾ ਸਮਝਦੇ ਹਾਂ ਸਾਡਾ ਘਰ-ਬਾਰ, ਉਹ ਵੀ ਇੱਥੇ ਹੀ ਰਹਿ ਜਾਣਾ। ਜਿਹਨਾਂ ਨੂੰ ਅਸੀਂ ਆਪਦੇ ਸਮਝਦੇ ਹਾਂ ਸਾਡਾ ਪਰਿਵਾਰ, ਸਾਡੇ ਮਾਂ ਪਿਓ, ਸਾਡੇ ਧੀਆਂ ਪੁੱਤ, ਉਹ ਵੀ ਇੱਥੇ ਹੀ ਰਹਿ ਜਾਣ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਆਏ ਜਿਹੜੇ ਆਪਦੇ ਆਪ ਨੂੰ ਵੱਡੇ ਵੱਡੇ ਆਗੂ ਅਖਵਾਉਂਦੇ ਹੋਏ ਇਹ ਸੰਸਾਰ ਦੇ ਵਿੱਚੋਂ ਚਲੇ ਗਏ, ਤੇ ਕੋਈ ਵੀ ਇੱਥੇ ਸਦਾ ਨਹੀਂ ਰਿਹਾ। ਤੇ ਜੇ ਉਹ ਨਾਮ ਦੇ ਨਾਲ ਨਹੀਂ ਜੁੜੇ, ਉਹ ਜੀਵਨ ਦੀ ਬਾਜੀ ਨੂੰ ਹਾਰ ਕੇ ਗਏ। ਜਿਹੜੇ ਅਲੰਭੇ ਉਹ ਫਿਰ ਮਨ ਨੂੰ ਸਹਿਣੇ ਪੈਂਦੇ। ਸਰੀਰ ਤਾਂ ਇੱਥੇ ਹੀ ਰਹਿ ਜਾਂਦਾ, ਸਰੀਰ ਤਾਂ ਇੱਥੇ ਆਪਾਂ ਸੰਸਕਾਰ ਕਰ ਦਿੰਦੇ ਹਾਂ। ਆਓ ਥੋੜ੍ਹਾ ਜਿਹਾ ਸਿਮਰਨ ਕਰ ਲਈਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਹਿੰਦੇ ਵੀ ਸਰੀਰ ਸੀ ਜਿਹੜਾ ਉਹ ਤਾਂ ਇੱਥੇ ਹੀ ਰਹਿ ਜਾਂਦਾ, ਉਹਨੂੰ ਆਪਾਂ ਸੰਸਕਾਰ ਕਰ ਦਿੰਦੇ ਹਾਂ। ਕੋਈ ਦੱਬ ਦਿੰਦਾ ਮਿੱਟੀ 'ਚ, ਕੋਈ ਪਾਣੀ 'ਚ ਰੋੜ ਦਿੰਦਾ। ਪਰ ਜਿਹੜੇ ਅਲੰਭੇ, ਜਿਹੜਾ ਦੁੱਖ, ਉਹ ਫਿਰ ਮਨ ਨੂੰ ਸਹਿਣਾ ਪੈਂਦਾ, ਉਹਨੂੰ ਕੁੱਟ ਪੈਂਦੀ, ਉਹਨੂੰ ਚੋਟਾਂ ਪੈਂਦੀਆਂ। ਇਸ ਲਈ ਮਹਾਰਾਜ ਕਹਿੰਦੇ ਜਮੀ ਪੁੱਛੇ ਅਸਮਾਨ, ਫਰੀਦਾ ਖੇਵਟ ਕਹਿਣ ਗਏ। ਬਈ ਜ਼ਮੀਨ ਤੇ ਅਸਮਾਨ ਇਸ ਗੱਲ ਦੇ ਗਵਾਹ ਨੇ ਵੀ ਪਤਾ ਨਹੀਂ ਕਿੰਨੇ ਕੁ ਆਏ, ਕਿੰਨੇ ਕਿੱਥੋਂ ਚਲੇ ਗਏ। ਆਖੀ ਜਾਲਣ ਗੋਰਾਂ ਨਾਲ ਅਲਾਂਭੇ ਜੀ ਸਹੀ। ਬਈ ਸਰੀਰ ਦਾ ਸੀ ਜਿਹੜੇ ਉਹਦਾ ਇੱਥੇ ਹੀ ਰਹਿ ਗਏ, ਉਹਦਾ ਇੱਥੇ ਹੀ ਦਫਨਾ ਦਿੱਤੇ, ਕਬਰਾਂ 'ਚ ਜਾ ਪਏ, ਜਾਂ ਉਹਨਾਂ ਨੂੰ ਸੰਸਕਾਰ ਕਰ ਦਿੱਤਾ, ਮਿੱਟੀ 'ਚ ਦੱਬ ਦਿੱਤੇ ਜਾਂ ਪਾਣੀ 'ਚ ਰੋੜ ਦਿੱਤੇ। ਪਰ ਜਿਹੜੇ ਅਲਾਂਭੇ ਉਹ ਜਿੰਦ ਨੂੰ, ਉਹ ਮਨ ਨੂੰ, ਜਿਹੜਾ ਅੱਗੇ ਦੁੱਖ ਹੈ। ਇਸ ਵਾਸਤੇ ਫਿਰ ਕਹਿੰਦੇ ਵੀ ਇਹ ਸੰਸਾਰ 'ਚ ਕੋਈ ਵੀ ਜੀਵ ਸਦਾ ਨਹੀਂ ਰਿਹਾ। ਜਿੱਥੇ ਆਪਾਂ ਬੈਠੇ ਪਤਾ ਨਹੀਂ ਕਿੰਨੇ ਕੁ ਆਏ, ਕਿੰਨੇ ਕੁ ਬੈਠ ਕੇ ਚਲੇ ਗਏ। ਸੇਖ ਹਯਾਤੀ ਜਗ ਨਾ ਕੋਈ ਥਿਰ ਰਹੇ, ਜਿਸ ਆਸਣ ਹਮ ਬੈਠੇ ਕਿੱਥੇ ਬੈਠ ਗਏ। ਬਈ ਪਤਾ ਨਹੀਂ ਕਿੰਨੇ ਕੁ ਆਏ, ਕਿੰਨੇ ਕੁ ਚਲੇ ਗਏ। ਇਹ ਜ਼ਮੀਨ ਅਸਮਾਨ ਇੱਥੇ ਦਾ ਇੱਥੇ ਹੀ ਹੈ। ਕਿੰਨੀ ਦੁਨੀਆ ਆਈ, ਕਿੰਨੀ ਚਲੀ ਗਈ, ਆਪਣੇ ਸਾਹਮਣੇ ਹੀ ਆਪਾਂ ਦੇਖ ਲਓ। ਕਿੰਨੇ ਜੀਵ ਆਈ ਜਾਂਦੇ, ਕਿੰਨੇ ਤੁਰੇ ਜਾਂਦੇ।
ਉਹ ਆਪਾਂ ਨੂੰ ਕਹਿੰਦੇ ਵੀ ਦੇਖਣਾ ਇਹ ਹੈ ਵੀ ਜਿਹੜੇ ਜਾਣ ਵਾਲੇ ਉਹ ਜੀਵਨ ਦਾ ਲਾਹਾ ਖੱਟ ਕੇ ਜਾ ਰਹੇ ਇੱਥੋਂ ਕਿ ਜਾਂ ਉਹ ਜੀਵਨ ਨੂੰ ਵਿਅਰਥ ਬਰਬਾਦ ਕਰਕੇ ਜਾ ਰਹੇ। ਉਹ ਆਪਾਂ ਨੂੰ ਫੇਰ ਪਤਾ ਲੱਗਦਾ ਜੇ ਆਪਣੇ ਕੋਲ ਗਿਆਨ ਦੀ ਅੱਖ ਹੈ। ਜੇ ਅਸੀਂ ਸਤਿਗੁਰਾਂ ਤੋਂ ਗਿਆਨ ਲਿਆ, ਗਿਆਨ ਦੀ ਆਪਣੇ ਕੋਲ ਅੱਖ ਹੈ, ਤਾਂ ਫਿਰ ਆਪਾਂ ਦੇਖ ਸਕਦੇ ਹਾਂ ਵੀ ਜਿਹੜਾ ਜੀਵ ਗਿਆ ਹੈ ਕਿ ਉਹ ਜੀਵਨ ਦੀ ਬਾਜੀ ਨੂੰ ਜਿੱਤ ਕੇ ਗਿਆ ਕਿ ਜਾਂ ਹਾਰ ਕੇ ਗਿਆ, ਉਹਨੂੰ ਉਲਾਂਭੇ ਸਹਿਣੇ ਪਏ। ਉਹਦਾ ਪਤਾ ਸਾਨੂੰ ਫੇਰ ਲੱਗੇਗਾ ਜੇ ਸਾਡਾ ਮਨ ਜਾਗੇ, ਜੇ ਅਸੀਂ ਆਪ ਨਾਮ ਦੇ ਨਾਲ ਜੁੜੇ ਹਾਂ, ਸਾਨੂੰ ਆਪ ਸੋਝੀ ਹੈ, ਤੇ ਫਿਰ ਅਸੀਂ ਦੇਖ ਸਕਦੇ ਹਾਂ, ਤੇ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਜੀਵ ਆਇਆ ਸੀ ਤੇ ਕਿੱਥੇ ਚਲਾ ਗਿਆ, ਤੇ ਕੁਝ ਸਮੇਂ ਵਿੱਚ ਜੀਵ ਯਾਦ ਕਰਨਗੇ ਫਿਰ ਭੁੱਲ ਜਾਣ। ਸੋ ਇਸ ਵਾਸਤੇ ਹੁਣ ਆਪਾਂ ਨੂੰ ਕਹਿੰਦੇ ਵੀ ਆਪਣਾ ਜਿਹੜਾ ਅਸਲ ਮਕਸਦ ਹੈ ਜੀਵਨ ਦਾ, ਉਹ ਇਹੀ ਹੈ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ। ਸਾਡਾ ਜਿਹੜਾ ਜੀਵਨ ਹੈ ਇੱਕਦਮ ਤੇ ਇੱਕ ਸਵਾਸ ਦਾ ਆਪਣਾ ਜੀਵਨ, ਇੱਕਦਮ ਦੇ ਆਪਾਂ ਆਦਮੀ ਜੇ ਜਾਂ ਮਾਰੇ ਆ ਤੇ ਜੀਵਨ ਨਹੀਂ ਤਾਂ ਕੁਛ ਵੀ ਨਹੀਂ। ਤੇ ਮਾਰੇ ਕਹਿੰਦੇ ਜਿਹੜਾ ਦਮ ਦੇ ਰਿਹਾ ਤੁਸੀਂ ਉਹਨੂੰ ਤਾਂ ਮਿਲੋ ਪਹਿਲਾਂ, ਉਹਨੂੰ ਤਾਂ ਦੇਖੋ ਵੀ ਸਾਨੂੰ ਦਮ ਦੇ ਕੇ ਕੌਣ ਜਿਉਂਦਾ ਰੱਖ ਰਿਹਾ, ਸਵਾਸ ਸਾਨੂੰ ਕਿੱਥੋਂ ਆ ਰਹੇ ਨੇ, ਕੌਣ ਦੇ ਰਹੇ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬੈਨਵੇ ਤਿਸ ਸਰੇਵੋ ਜਾ ਕੇ ਜੀ ਬਰਾਣਾ। ਕਿ ਅਸੀਂ ਇੱਕਦਮ ਦੇ ਜੀਵ, ਸਾਨੂੰ ਪਤਾ ਨਹੀਂ ਮੋਹਲਤ ਵੀ ਸਾਡੇ ਕੋਲ ਕਿੰਨੀ ਕੁ ਮੋਹਲਤ, ਕਿੰਨਾ ਕੁ ਸਮਾਂ ਹੈ ਬਾਕੀ ਹੈ। ਤੇ ਸਤਿਗੁਰੂ ਕਹਿੰਦੇ ਵੀ ਜਿਹੜਾ ਤੁਹਾਨੂੰ ਸਵਾਸ ਦੇ ਰਿਹਾ ਹੈ ਫਿਰ ਉਹਦਾ ਸਿਮਰਨ ਕਰੋ, ਉਹਨੂੰ ਮਿਲੋ, ਉਹਦੇ ਸਨਮੁਖ ਹੋਵੋ, ਉਹ ਤੋਂ ਬੇਮੁਖ ਨਾ ਰਹੋ। ਸਨਮੁਖ ਦਾ ਭਾਵ ਹੁੰਦਾ ਹੈ ਵੀ ਪਰਮਾਤਮਾ ਨੂੰ ਦੇਖਣ, ਵਾਹਿਗੁਰੂ ਨੂੰ ਦੇਖਣਾ। ਜੇ ਤਾਂ ਅਸੀਂ ਵਾਹਿਗੁਰੂ ਨੂੰ ਦੇਖ ਰਹੇ ਹਾਂ, ਅਸੀਂ ਉਹਦੇ ਸਨਮੁਖ ਹਾਂ। ਜੇ ਸਾਨੂੰ ਵਾਹਿਗੁਰੂ ਦਿਖਦਾ ਨਹੀਂ, ਅਸੀਂ ਉਹ ਤੋਂ ਬੇਮੁਖ। ਸਤਿਗੁਰੂ ਕਹਿੰਦੇ ਵੀ ਸਨਮੁਖ ਕੌਣ ਹੈ ਤੇ ਬੇਮੁਖ ਕੌਣ ਹੈ। ਕੌਣ ਸੋ ਸਨਮੁਖ, ਕੌਣ ਬੇਮੁਖੀ ਹੈ। ਫਿਰ ਦੱਸਦੇ ਵੀ ਜਿਹੜੇ ਤਾਂ ਗੁਰਮੁਖ ਉਹ ਸਨਮੁਖ ਨੇ, ਜਿਹੜੇ ਮਨਮੁਖ ਨੇ ਉਹ ਪਰਮਾਤਮਾ ਤੋਂ ਬੇਮੁਖ। ਗੁਰਮੁਖ ਸਨਮੁਖ, ਮਨਮੁਖ ਬੇਮੁਖੀ ਹੈ। ਜਦੋਂ ਅਸੀਂ ਪਰਮਾਤਮਾ ਵਾਹਿਗੁਰੂ ਨੂੰ, ਪ੍ਰਾਣ ਦੇਣ ਵਾਲੇ ਮਾਲਕ ਨੂੰ, ਸਾਡੇ ਪਤੀ ਨੂੰ ਨਹੀਂ ਦੇਖਦੇ, ਉਦੋਂ ਅਸੀਂ ਉਹ ਤੋਂ ਬੇਮੁਖ, ਅਸੀਂ ਉਹਦੇ ਵੱਲ ਪਿੱਠ ਕੀਤੀ ਸੀ। ਤੇ ਜਦੋਂ ਅਸੀਂ ਮਾਲਕ ਵੱਲ ਪਿੱਠ ਕੀਤੀ ਹੈ ਤੇ ਫਿਰ ਅਸੀਂ ਆਖੀਏ ਵੀ ਸਾਡਾ ਮਨ ਸੁਖੀ ਹੋ ਜਾਏਗਾ, ਤੇ ਫਿਰ ਤਾਂ ਸੁੱਖ ਮਿਲਣਾ ਨਹੀਂ। ਸੁੱਖ ਹੈ ਜਿਹੜਾ ਉਹ ਪਰਮਾਤਮਾ ਦੇ ਨਾਲ ਹੈ, ਵਾਹਿਗੁਰੂ ਦੇ ਨਾਲ ਹੈ। ਪਰਮਾਤਮਾ ਨੂੰ ਸੁੱਖਾਂ ਦਾ ਸਾਗਰ ਆਖੀ। ਜਦੋਂ ਅਸੀਂ ਪਰਮਾਤਮਾ ਵਾਹਿਗੁਰੂ ਦੇ ਸਨਮੁਖ ਹੋ ਜਾਂਦੇ, ਵਾਹਿਗੁਰੂ ਨੂੰ ਦੇਖਦੇ ਹਾਂ, ਉਹਨੂੰ ਦੇਖ ਦੇਖ ਕੇ ਸਾਡੇ ਮਨ ਦੀ ਜਨਮਾਂ ਜਮਾਂਤਰਾਂ ਦੀ ਮੈਲ ਉਤਰ ਜਾਂਦੀ ਉਹਦੇ ਦਰਸ਼ਨ ਕਰਨ ਦੇ ਨਾਲ। ਇਸ ਲਈ ਮਹਾਰਾਜ ਫਰਮਾਉਂਦੇ, ਤਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ। ਵੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ, ਤੈਨੂੰ ਦੇਖਣ ਦੇ ਨਾਲ ਸਾਡੀ ਜਨਮਾਂ ਜਮਾਂਤਰਾਂ ਦੀ ਮੈਲ ਲੈ ਜਾਂਦੀ। ਹੁਣ ਮਾਲਕ ਨੂੰ ਦੇਖੀਏ ਕਿਵੇਂ, ਤਾਂ ਕਿ ਸਾਡੇ ਮਨ ਦੀ ਮੈਲ ਉਤਰੇ। ਸਾਡੇ ਤੇ ਪਰਮਾਤਮਾ ਦੇ ਵਿੱਚ ਪੜਦਾ ਕਾਹਦਾ, ਹਉਮੈ ਦਾ, ਹੰਕਾਰ ਦਾ। ਸਾਡੇ ਅੰਦਰ ਜਿਹੜੀ ਹਉਮੈ, ਉਹ ਹਉਮੈ ਦਾ ਸਾਡੇ ਤੇ ਮਾਲਕ ਦੇ ਵਿੱਚ ਪੜਦਾ ਪਿਆ ਹੈ। ਤਾਂ ਕਰਕੇ ਉਹ ਨੇੜੇ ਹੁੰਦਾ ਹੋਇਆ ਵੀ ਸਾਨੂੰ
ਉਹ ਦਿਸਦਾ ਨਹੀਂ ਹੈ, ਉਹ ਦਿਖਾਈ ਨਹੀਂ ਦਿੰਦਾ। ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਹੁਣ ਇੰਨਾ ਨੇੜੇ ਹੈ ਵੀ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ, ਫਿਰ ਵੀ ਨਹੀਂ ਸਾਨੂੰ ਦਿਸਦਾ। ਕਿਉਂ ਨਹੀਂ ਦਿੰਦਾ? ਕਿਉਂਕਿ ਵਿੱਚ ਪੜਦਾ ਹੈ। ਕਾਹਦਾ? ਮਾਰੇ ਕਿਤੇ ਹਉਮੈ ਦਾ। ਫਰਮਾਉਂਦੇ ਨੇ, ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਭਾਂਵੀ ਰੀਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਵੀ ਵਿੱਚ ਹਉਮੈ ਦਾ ਜਿਹੜਾ ਉਹ ਪੜਦਾ ਕਿੰਨਾ ਬਰੀਕ, ਕਾਗਜ਼ ਤੋਂ ਵੀ। ਜਿਵੇਂ ਉਹ ਭਮੀਰੀਆਂ ਹੁੰਦੀਆਂ ਉਹਦੇ ਫਰ, ਜਿਵੇਂ ਤਿਤਲੀ ਉਹਦੇ ਫਰ ਕਾਗਜ਼ ਤੋਂ ਵੀ ਬਰੀਕ, ਉਹਨਾਂ ਬਰੀਕ ਪੜਦਾ ਸਾਡੇ ਤੇ ਵਾਹਿਗੁਰੂ ਦੇ ਵਿੱਚ। ਹੁਣ ਉਹ ਸਾਡੇ ਇੰਨਾ ਨੇੜੇ ਹੈ, ਪਰ ਉਹ ਵਿੱਚ ਪੜਦਾ ਹੋਣ ਕਰਕੇ ਉਹ ਸਾਨੂੰ ਦਿਸ ਨਹੀਂ ਰਿਹਾ। ਅਤੇ ਇਹਨੂੰ ਕਹਿੰਦੇ ਵੀ ਵਿੱਚ ਪੜਦਾ ਹਉਮੈ ਦਾ। ਅਤੇ ਜਦੋਂ ਸਾਨੂੰ ਫਿਰ ਇਹ ਚੀਜ਼ ਦਾ ਭੇਤ ਆਉਂਦਾ, ਗਿਆਨ ਹੁੰਦਾ ਵੀ ਇੰਨਾ ਨੇੜੇ ਹੈ, ਪਰ ਸਾਨੂੰ ਦਿਸਦਾ ਨਹੀਂ, ਵਿੱਚ ਹਉਮੈ ਨੇ ਪੜਦਾ ਪਾਇਆ ਹੋਇਆ। ਫਿਰ ਬੇਨਤੀਆਂ ਕਰਦੇ ਹਾਂ ਵੀ ਕੋਈ ਐਸਾ ਸੰਤ, ਕੋਈ ਗੁਰਮੁਖ ਜਿਹੜਾ ਸਹਿਜ ਦੇ ਵਿੱਚ ਹੋਵੇ, ਜਿਹਦਾ ਪੜਦਾ ਹਟਿਆ ਹੋਵੇ, ਉਹ ਸਾਡਾ ਵੀ ਪੜਦਾ ਹਟਾ ਦੇਵੇ। ਜਿਸ ਨੂੰ ਮਹਾਰਾਜ ਕਹਿੰਦੇ, ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹਿ ਮਾਰਗ ਦੇ ਬਤਾਈ, ਅੰਤਰ ਲੱਖ ਨ ਜਾਈ, ਲਖਿਆ ਵਿੱਚ ਪੜਦਾ ਹਉਮੈ ਪਾਈ। ਵੀ ਮਾਲਕ ਹੈ ਤਾਂ ਅੰਦਰ ਹੀ ਹੈ, ਪਰ ਵਿੱਚ ਹਉਮੈ ਦਾ ਪੜਦਾ ਪਿਆ ਹੋਇਆ। ਕੋਈ ਹੋਵੇ ਸੰਤ ਸਹਿਜ ਵਿੱਚ ਰਹਿੰਦਾ ਅਤੇ ਉਹ ਪੜਦਾ ਪਾਸੇ ਕਰ ਦੇਵੇ ਅਤੇ ਮਾਲਕ ਸਾਨੂੰ ਦਿਸਣ ਲੱਗ ਜੇ। ਅਤੇ ਜਦੋਂ ਦਿਸਣ ਲੱਗ ਗਿਆ ਅਤੇ ਫਿਰ ਸਾਡਾ ਜੀਵਨ ਸ਼ੁਰੂ ਹੁੰਦਾ ਉਸ ਦਿਨ 'ਚ। ਤਾਂਹੀਓ ਗੁਰਬਾਣੀ 'ਚ ਕਹਿੰਦੇ, ਜੀਵਨ ਤੋ ਗਣੀਏ ਜਾ ਹਰਿ ਪੇਖਾਂ। ਵੀ ਜਿੱਦੇ ਅਸੀਂ ਹਰੀ ਨੂੰ, ਪਰਮਾਤਮਾ ਨੂੰ ਦੇਖਾਂਗੇ, ਸਾਡਾ ਜੀਵਨ ਉਸ ਦਿਨ ਤੋਂ ਗਿਣਤੀ 'ਚ ਆਉਂਦਾ ਹੈ। ਉੱਦਾਂ ਦਾ ਚਾਹੇ ਆਪਣੀ ਉਮਰ 100 ਸਾਲ ਹੋ ਜੇ, ਆਵਾ ਖਾਂਦੇ ਪੀਂਦੇ ਹੰਡਾਉਂਦੇ ਰਹੀਏ, ਸਰੀਰ ਬੜਾ ਤੰਦਰੁਸਤ ਹੋਵੇ ਅਤੇ ਲੱਗੀਏ ਵੀ ਬੜੇ ਜਵਾਨ ਨੇ, 100 ਸਾਲ ਦੇ ਵੀ ਹੋ ਕੇ। ਪਰ ਮਹਾਰਾਜ ਕਹਿੰਦੇ, ਪ੍ਰਵਾਨ ਉਸ ਦਿਨ ਹੋਣਾ ਜਿਸ ਦਿਨ ਆਪਦੇ ਪਤੀ ਦੀ ਪਹਿਚਾਣ ਕਰ ਲਈ, ਜਿਸ ਦਿਨ ਅਸੀਂ ਪਰਮਾਤਮਾ ਨੂੰ ਦੇਖਾਂਗੇ। ਇਸ ਲਈ ਫਰਮਾਉਂਦੇ, ਜੇ ਸੋ ਵਰਿਆਂ ਜੀਵਨ ਖਾਣ, ਖਸਮ ਪਛਾਣੇ ਸੋ ਦਿਨ ਪ੍ਰਵਾਨ। ਵੀ ਉੱਦਾਂ ਤਾਂ ਚਾਹੇ ਅਸੀਂ 100 ਵਰਿਆਂ ਖਾਂਦੇ ਪੀਂਦੇ ਹੰਡਾਉਂਦੇ ਰਹੀਏ, ਪਰ ਪ੍ਰਵਾਨ ਕਿਸ ਦਿਨ ਹੋਵਾਂਗੇ? ਜਿਸ ਦਿਨ ਮਾਲਕ ਨੂੰ ਦੇਖਾਂਗੇ, ਉਹਦੇ ਸਨਮੁਖ ਹੋਵਾਂਗੇ, ਫਿਰ ਪ੍ਰਵਾਨ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਾਲਕ ਦੇ ਸਨਮੁਖ ਹੋਣ ਵਾਸਤੇ, ਭਵ ਸਾਗਰ ਤੋਂ ਪਾਰ ਲੰਘਣ ਵਾਸਤੇ ਇਹ ਆਪਾਂ ਸਿਮਰਨ ਕਰਦੇ ਹਾਂ ਅਤੇ ਨਾਲ ਨਾਲ ਸਤ ਸੰਗਤ ਕਰਦੇ ਹਾਂ, ਵੀ ਸਾਨੂੰ ਗਿਆਨ ਹੋਵੇ, ਸਾਨੂੰ ਸੋਝੀ ਆਵੇ। ਸਾਡਾ ਜਿਹੜਾ ਮਨ ਹੈ ਇਹ ਦੋ ਤਰੀਕਿਆਂ ਦੇ ਨਾਲ ਇਕਾਗਰ ਹੁੰਦਾ, ਜ਼ਿਆਦਾ ਪ੍ਰੇਮ ਦੇ ਨਾਲ ਅਤੇ ਜਾਂ ਡਰ ਦੇ ਨਾਲ। ਹੁਣ ਜੇ ਸਾਨੂੰ ਪਰਮਾਤਮਾ ਦੇ ਨਾਲ ਪ੍ਰੇਮ ਵੀ ਨਹੀਂ ਅਤੇ ਸਾਨੂੰ ਡਰ ਵੀ ਨਹੀਂ, ਫਿਰ ਸਾਡਾ ਮਨ ਇਕਾਗਰ ਨਹੀਂ ਹੋਏਗਾ। ਸਾਨੂੰ ਫਿਰ ਇਸ ਕਰਕੇ ਪਹਿਲਾਂ ਜਦੋਂ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ। ਜਦੋਂ ਪ੍ਰੇਮ ਪੈਦਾ ਹੁੰਦਾ, ਫਿਰ ਅਸੀਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਨਹੀਂ ਤਾਂ ਇਹ ਮਾਰਗ 'ਤੇ ਚੱਲਿਆ ਹੀ ਨਹੀਂ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ, ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਬਈ ਪਰਮਾਤਮਾ ਦੀ ਭਗਤੀ ਪ੍ਰੇਮ ਤੋਂ ਬਿਨਾਂ ਨਹੀਂ ਹੋ ਸਕਦੀ, ਅਤੇ ਸਤ ਸੰਗਤ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ। ਉੱਦਾਂ ਪ੍ਰੇਮ ਕਿਤੋਂ ਮਿਲਦਾ ਤਾਂ ਹੈ ਨਹੀਂ ਵੀ ਅਸੀਂ ਲੈ ਆਈਏ ਕਿਤੋਂ। ਪ੍ਰੇਮ ਇਹ ਨਹੀਂ ਬਈ ਅਸੀਂ ਸੰਸਾਰ ਦਾ ਵੀ ਧਨ ਦੌਲਤ ਦੇ ਕੇ ਪੈਦਾ ਕਰ ਲਈਏ ਆਪਦੇ ਅੰਦਰ, ਅਸੀਂ ਬਹੁਤਾ ਪੁੰਨਦਾਨ ਕਰਕੇ ਆਪਦੇ ਅੰਦਰ ਪੈਦਾ ਕਰ ਲਈਏ, ਨਹੀਂ ਹੁੰਦਾ। ਬਹੁਤਾ ਅਸੀਂ ਤੀਰਥਾਂ 'ਤੇ ਜਾ ਕੇ
ਇਸ਼ਨਾਨ ਕਰ ਲਈਏ ਤੇ ਪ੍ਰੇਮ ਪੈਦਾ ਹੋ ਜੇ, ਨਹੀਂ ਹੁੰਦਾ ਇੱਦਾਂ। ਇਸ ਵਾਸਤੇ ਫਿਰ ਇਹਦੇ ਲਈ ਸਾਨੂੰ ਸਤ ਸੰਗਤ ਕਰਨੀ ਪੈਂਦੀ, ਸਿਮਰਨ ਕਰਨਾ ਪੈਂਦਾ, ਫਿਰ ਪ੍ਰੇਮ ਪੈਦਾ ਹੁੰਦਾ। ਇਹ ਉਹਦਾ ਨਹੀਂ ਕਿਤੋਂ ਮਿਲਦਾ ਹੈ। ਤਾਈਓ ਫਿਰ ਸਾਨੂੰ ਜਿਨ੍ਹਾਂ ਨੇ ਪ੍ਰੇਮ ਮਾਲਕ ਨਾਲ ਪਾਇਆ ਉਹਨਾਂ ਨੇ ਆਪਾਂ ਨੂੰ ਦੱਸਿਆ। ਮਹਾਰਾਜ ਕਹਿੰਦੇ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਵੀ ਕੰਚਨ ਸੋਨਾ ਦੇ ਕੇ ਵੀ ਅਸੀਂ ਆਖੀਏ ਸਾਡੀ ਪ੍ਰੀਤ ਪੈ ਜੇ, ਨਹੀਂ ਪੈਂਦੀ। ਮਾਲਕ ਸਾਡੇ ਵੱਸ ਵਿੱਚ ਆ ਜੇ ਤੇ ਉਹ ਏਦਾਂ ਵੱਸ 'ਚ ਨਹੀਂ ਆਉਂਦਾ। ਇਸ ਲਈ ਮਹਾਰਾਜ ਕਹਿੰਦੇ ਨਾ ਤੂੰ ਆਵੇਂ ਵੱਸ ਕਿਸੇ ਸਿਆਣਪੇ, ਵੀ ਕਿਸੇ ਅਸੀਂ ਬਹੁਤੀਆਂ ਸਿਆਣਪਾਂ ਕਰਕੇ ਆਖੀਏ ਵੀ ਅਸੀਂ ਬੜੇ ਸਿਆਣੇ ਹਾਂ ਜੀ, ਦੂਸਰੇ ਕਮਲੇ ਨੇ ਉਹ ਸਾਡੇ ਵੱਸ 'ਚ ਆ ਜਾਏਗਾ, ਨਹੀਂ ਆਉਂਦਾ। ਨਾ ਤੂੰ ਆਵੇਂ ਵੱਸ ਵੇਦ ਪੜ੍ਹਾਵਣੇ, ਵੀ ਅਸੀਂ ਆਪ ਵੀ ਵੇਦਾਂ ਨੂੰ ਪੜ੍ਹੀਏ, ਅਸੀਂ ਆਪ ਵੀ ਗੁਰਬਾਣੀ ਵੀ ਪੜ੍ਹੀਏ, ਅਸੀਂ ਹੋਰਾਂ ਨੂੰ ਵੀ ਪੜ੍ਹਾਈਏ ਤੇ ਆਖੀ ਉਹ ਵੱਸ 'ਚ ਆ ਜੇ, ਇੱਦਾਂ ਨਹੀਂ ਆਉਂਦਾ। ਫਿਰ ਮਹਾਰਾਜ ਕਹਿੰਦੇ ਨਾ ਤੂੰ ਆਵੇਂ ਵੱਸ ਬਹੁਤਾ ਦਾਨ ਦੇ, ਅਸੀਂ ਬਹੁਤਾ ਦਾਨ ਦਈਏ ਤੇ ਆਖੀਏ ਵੀ ਉਹ ਸਾਡੇ ਵੱਸ 'ਚ ਆ ਜੇ, ਉਹ ਨਹੀਂ ਆਉਂਦਾ। ਨਾ ਤੂੰ ਆਵੇਂ ਵੱਸ ਤੀਰਥ ਨਹਾਈਏ, ਨਾ ਤੂੰ ਆਵੇਂ ਵੱਸ ਧਰਤੀ ਧਾਈਏ। ਸਤਿਗੁਰੂ ਕਹਿੰਦੇ ਵੀ ਬਹੁਤਾ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਆਖੀਏ ਵੀ ਉਹ ਸਾਡਾ ਵੱਸ 'ਚ ਆ ਜੇ, ਸਾਡੀ ਪ੍ਰੀਤ ਪੈ ਜੇ, ਨਹੀਂ ਪੈਂਦੀ। ਅਸੀਂ ਆਖੀਏ ਵੀ ਧਰਤੀ ਦਾ ਅਸੀਂ ਸਾਰੇ ਚੱਕਰ ਲਾ ਦਈਏ, ਤੁਰ ਕੇ ਲਾ ਦਈਏ ਜਾਂ ਕਿਸੇ ਹੋਰ ਸਾਧਨ 'ਤੇ ਲਾ ਦਈਏ, ਵੀ ਅਸੀਂ ਯਾਤਰਾ ਕਰੀਏ ਤੁਰ ਕੇ ਤੇ ਆਖੀਏ ਵੀ ਉਹ ਵੱਸ 'ਚ ਆ ਜਾਏਗਾ ਸਰੀਰ ਨੂੰ ਤਕਲੀਫ ਦੇ ਕੇ, ਤੇ ਉਹ ਨਹੀਂ ਆਉਂਦਾ, ਇੱਦਾਂ ਨਹੀਂ ਮਿਲਦਾ। ਫਿਰ ਮਿਲੇ ਤੇ ਮਿਲੇ ਕਿਵੇਂ? ਸਤਿਗੁਰੂ ਦੱਸਦੇ ਕਹਿੰਦੇ ਸਭ ਕੁਛ ਤੇਰੇ ਵੱਸ, ਅਗਾਮਾ ਗੋਚਰਾ ਤੂੰ ਭਗਤਾਂ ਕੇ ਵੱਸ, ਭਗਤਾਂ ਤਾਣ ਤੇਰਾ। ਬਈ ਜੇ ਮਾਲਕ ਕਿਸੇ ਦੇ ਵੱਸ ਹੈ ਤਾਂ ਉਹ ਆਪਦੇ ਭਗਤਾਂ ਦੀ, ਭਗਤਾਂ ਨੂੰ ਤਾਣ ਹੈ ਤਾਂ ਮਾਲਕ ਦਾ, ਪਰਮਾਤਮਾ ਦਾ। ਉਹਨਾਂ ਨੂੰ ਮਾਣ ਹੈ ਤਾਂ ਉਹਦੇ 'ਤੇ, ਜਿਵੇਂ ਬੱਚਾ ਹੁੰਦਾ ਉਹਨੂੰ ਮਾਂ ਪਿਓ 'ਤੇ ਆਪਦੇ ਮਾਣ ਹੁੰਦਾ। ਇਸੇ ਤਰ੍ਹਾਂ ਹੀ ਸੰਤਾਂ ਨੂੰ, ਗੁਰਮੁਖਾਂ ਨੂੰ ਜੇ ਮਾਣ ਹੈ ਤਾਂ ਮਾਲਕ 'ਤੇ, ਵਾਹਿਗੁਰੂ 'ਤੇ, ਕਿਸੇ ਹੋਰ 'ਤੇ ਨਹੀਂ, ਆਪਦੇ ਮਾਤਾ ਪਿਤਾ 'ਤੇ। ਉਹਨਾਂ ਦੀ ਜੇ ਅਸੀਂ ਸੰਗਤ ਕਰਾਂਗੇ ਐਸੇ ਭਗਤਾਂ ਦੀ, ਗੁਰਮੁਖਾਂ ਦੀ, ਤੇ ਉਹ ਫਿਰ ਸਾਨੂੰ ਦੱਸਦੇ ਵੀ ਅਸੀਂ ਕਿਵੇਂ ਪ੍ਰੀਤ ਪਾਈ, ਤੇ ਉਹਨਾਂ ਤੋਂ ਪੁੱਛ ਕੇ ਜਿਵੇਂ ਉਹਨਾਂ ਨੇ ਪਾਈ ਫਿਰ ਆਪਾਂ ਪਾ ਸਕਦੇ। ਤਾਈਓ ਮਹਾਰਾਜ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੇ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੀ। ਵੀ ਇਹ ਪ੍ਰੀਤ ਕਹਿੰਦੇ ਬੜੀ ਮਹਿੰਗੀ। ਕੀ ਦੇਣਾ ਪੈਂਦਾ? ਵੀ ਆਪਦਾ ਮਨ ਦੇਣਾ ਪੈਂਦਾ, ਆਪਣਾ ਤਨ ਦੇਣਾ ਪੈਂਦਾ, ਆਪਾਂ ਸਮਰਪਣ ਕਰਨਾ ਪੈਂਦਾ, ਜਿਉਂਦੇ ਜੀ ਮਰਨਾ ਪੈਂਦਾ, ਫੇਰ ਪ੍ਰੀਤ ਪੈਂਦੀ, ਉੱਦਾਂ ਤਾਂ ਪੈਂਦੀ ਨਹੀਂ। ਇਸ ਵਾਸਤੇ ਜਿਹੜੇ ਗੁਰਮੁਖ ਹੁੰਦੇ ਉਹ ਮਰ ਜੀਵੜੇ ਹੁੰਦੇ, ਵੀ ਜਿਉਂਦੇ ਜੀ ਮਰਨਾ, ਮਰ ਕੇ ਫਿਰ ਜੀਵਨ ਮੁਕਤ ਹੁੰਦੇ। ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ। ਵੀ ਜਿਨ੍ਹਾਂ ਨੇ ਜਿਉਂਦੇ ਜੀ ਮਰਨਾ ਸਿੱਖ ਲਿਆ ਉਹ ਮਹਾਰਾਜ ਕਹਿੰਦੇ ਜੀਵਨ ਮੁਕਤ ਹੋ ਗਈ। ਹੁਣ ਜੇ ਅਸੀਂ ਜਿਉਂਦੇ ਜੀ ਮਰਨਾ ਸਿੱਖ ਲਾਂਗੇ ਤੇ ਮੁਕਤ ਹੋ ਜਾਵਾਂਗੇ ਤੇ ਫਿਰ ਹੀ ਸਾਡੀ ਪ੍ਰੀਤ ਪੈਣੀ ਮਾਲਕ ਨਾਲ। ਤੇ ਮਰੀਏ ਕਿਵੇਂ? ਇੱਕ ਤਾਂ ਹੁੰਦੀ ਸਰੀਰ ਦੀ ਮੌਤ, ਜਿਵੇਂ ਸੰਸਾਰ ਦੇ ਵਿੱਚ ਜੀਵ ਜਾਂਦੇ, ਮਹਾਰਾਜ ਕਹਿੰਦੇ ਵੀ ਇਹ ਮਰਦੇ ਤਾਂ ਹੈਗੇ ਪਰ ਇਹਨੂੰ ਮਰਨਾ ਆਉਂਦਾ ਨਹੀਂ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣੇ ਕੋਈ, ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਕੋਈ। ਇੱਕ ਐਸੀ ਵੀ ਮੌਤ ਆ ਵੀ ਇੱਕ ਵਾਰ ਅਸੀਂ ਮਰੀਏ ਤੇ ਦੁਬਾਰਾ ਸਾਨੂੰ ਵਾਰ-ਵਾਰ ਮਰਨਾ ਨਹੀਂ ਪੈਂਦਾ। ਤੇ ਉਹ ਮੌਤ ਹੈ ਸ਼ਬਦ ਦੁਆਰਾ ਮਰ ਜਾਣਾ। ਸ਼ਬਦ ਕਿਹੜਾ? ਵੀ ਜੋ ਸਾਡੇ ਅੰਦਰ ਚੱਲਦਾ ਹੈ ਨਾਦ, ਉਹਦੇ ਨਾਲ ਅਸੀਂ ਜੁੜ ਜਾਈਏ ਤੇ ਫਿਰ ਉਦੋਂ ਕਹਿੰਦੇ ਵੀ ਸ਼ਬਦ ਦੁਆਰਾ ਮਰ ਗਏ, ਜਦੋਂ ਉਹਦੇ ਵਿੱਚ ਸਮਾ ਗਏ।
ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਜੇ ਸ਼ਬਦ ਦੁਆਰਾ ਅਸੀਂ ਹੁਣ ਮਰ ਗਏ ਤੇ ਫਿਰ ਸਦਾ ਆਨੰਦ ਹੈ, ਫਿਰ ਸੌਖੀ ਸੌਖੇ ਕਰਕੇ ਮਾਰੇ ਕਹਿੰਦੇ ਸ਼ਬਦ ਮਰੇ ਤਾਂ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸੱਚ ਸਮਾਈ। ਵੀ ਜੇ ਅਸੀਂ ਸ਼ਬਦ ਦੁਆਰਾ ਮਰਾਂਗੇ ਤੇ ਸਦਾ ਆਨੰਦ, ਸਦਾ ਸੁੱਖ, ਫਿਰ ਆਵਾਂ ਜਾਵਾਂਗੇ ਨਹੀਂ, ਦੁਬਾਰਾ ਸਾਨੂੰ ਵਾਰ ਵਾਰ ਮਰਨਾ ਨਹੀਂ ਪਏਗਾ, ਫਿਰ ਨਹੀਂ ਮੁੜ ਕੇ ਆਉਣਾ ਪਏਗਾ। ਕਿਉਂਕਿ ਹੁਣ ਆਪਾਂ ਸੰਸਾਰ 'ਚ ਦੇਖ ਲਿਆ ਵੀ ਇੱਥੇ ਦੁੱਖ ਹੀ ਦੁੱਖ, ਇੱਥੇ ਅਗਿਆਨਤਾ ਦੇ ਵਿੱਚ ਤ੍ਰੈ ਗੁਣਾਂ 'ਚ ਮਾਇਆ ਦੇ ਵਿੱਚ ਦੁੱਖ ਹੀ ਦੁੱਖ, ਤੇ ਆਪਾਂ ਨਹੀਂ ਚਾਹੁੰਦੇ ਮੁੜ ਕੇ ਦੁੱਖਾਂ ਦੇ ਘਰ 'ਚ ਆਉਣਾ। ਆਪਾਂ ਨਹੀਂ ਚਾਹੁੰਦੇ ਵੀ ਅਸੀਂ ਇਹ ਸੰਸਾਰ 'ਚ ਆਈਏ ਮੁੜ ਕੇ ਦੁਬਾਰਾ ਫਿਰ, ਤੇ ਉਹਦੇ ਵਾਸਤੇ ਫਿਰ ਮਹਾਰਾਜ ਕਹਿੰਦੇ ਮਰਨਾ ਸਿੱਖ ਲਓ, ਵੀ ਦੁਬਾਰਾ ਨਹੀਂ ਭੇਜਾਂਗੇ ਤੁਹਾਨੂੰ। ਤੇ ਇਸ ਵਾਸਤੇ ਜੇ ਨਹੀਂ ਆਉਂਦਾ ਤੇ ਆਪਾਂ ਨੂੰ ਕਹਿੰਦੇ ਸਿੱਖੋ। ਮਹਾਰਾਜ ਫਰਮਾਉਂਦੇ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਆਪਾਂ ਨੂੰ ਕਹਿੰਦੇ ਵੀ ਜੇ ਨਹੀਂ ਆਉਂਦਾ ਤੇ ਸਿੱਖੋ। ਆਪਾਂ ਸਿੱਖ ਹਾਂ ਨਾ ਸਾਰੇ, ਸਿੱਖ ਦਾ ਭਾਵ ਹੁੰਦਾ ਵੀ ਜਿਹਨੇ ਸਿੱਖਣਾ, ਸਿਖਿਆਰਥੀ। ਇਹ ਸੰਸਾਰ ਦੇ ਵਿੱਚ ਜਿਹੜਾ ਵੀ ਜੀਵ ਆਇਆ ਹੈ ਉਹ ਸਾਰੇ ਜੀਵ ਸਿੱਖ ਹੀ ਨੇ। ਸਿੱਖ ਦਾ ਮਤਲਬ ਇਹ ਹੁੰਦਾ ਸਿਖਿਆਰਥੀ, ਸਿੱਖਣ ਵਾਲਾ। ਤੇ ਆਪਾਂ ਹੁਣ ਸਿੱਖਣਾ ਕੀ ਹੈ? ਮਰਨਾ। ਅਸੀਂ ਮਰਨਾ ਭੁੱਲ ਗਏ, ਤੇ ਉਹ ਸਤਿਗੁਰੂ ਆਪਾਂ ਨੂੰ ਸਿਖਾਉਂਦੇ। ਤੇ ਆਪਾਂ ਨੂੰ ਕਹਿੰਦੇ ਜੇ ਭੁੱਲ ਗਏ ਹੋ ਤੇ ਉਹ ਸਿੱਖ ਲਓ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਜਨਮ ਤੇ ਮਰਨ ਤੋਂ ਅਸੀਂ ਕਿਵੇਂ ਰਹਿਤ ਹੋਣਾ, ਕਿਵੇਂ ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋਣਾ ਤਾਂ ਕਿ ਵਾਰ ਵਾਰ ਨਾ ਮਰੀਏ, ਉਹ ਫਿਰ ਆਪਾਂ ਸਿੱਖਣਾ। ਕਹਿੰਦੇ ਵੀ ਸਿੱਖ ਲਓ, ਨਹੀਂ ਆਉਂਦਾ ਤੇ ਸਿੱਖੋ। ਸਤ ਸੰਗਤ ਆਪਾਂ ਇਸ ਵਾਸਤੇ ਹੀ ਕਰਨੀ ਹੈ ਵੀ ਤਾਂ ਕਿ ਜੋ ਅਸੀਂ ਭੁੱਲ ਚੁੱਕੇ ਉਹ ਸਾਨੂੰ ਆ ਜੇ, ਜੋ ਅਸੀਂ ਮਰਨਾ ਭੁੱਲ ਗਏ ਉਹ ਅਸੀਂ ਮਰਨਾ ਸਿੱਖ ਲਈਏ। ਤੇ ਆਪਾਂ ਨੂੰ ਕਹਿੰਦੇ ਵੀ ਮਰਨ ਦਾ ਭਾਵ ਹੁੰਦਾ ਹੈ ਵੀ ਇਹ ਸਰੀਰ ਤੋਂ ਵੱਖ ਹੋ ਜਾਣਾ। ਜਿਵੇਂ ਹੁਣ ਮਰਦੇ ਆਪਾਂ ਰੋਜ਼ ਹੀ, ਜਦੋਂ ਆਪਾਂ ਸੌਂ ਜਾਂਦੇ ਹਾਂ ਸਾਨੂੰ ਨੀਂਦ ਆ ਜਾਂਦੀ ਹੈ, ਇੱਧਰ ਨੌਂ ਦਰਾਂ ਤੋਂ ਸਾਡਾ ਮਨ ਵੱਖ ਹੋ ਜਾਂਦਾ, ਸਮਝ ਲਓ ਇੱਧਰੋਂ ਮਰ ਗਏ ਅਸੀਂ। ਤੇ ਜਦੋਂ ਫਿਰ ਇੱਧਰ ਪ੍ਰਵੇਸ਼ ਹੁੰਦਾ ਕਿਤੇ ਫਿਰ ਇਹ ਸਰੀਰ ਨੂੰ ਲੈ ਕੇ ਚੱਲ ਪੈਂਦਾ। ਹੁਣ ਇਹ ਤਾਂ ਸਾਨੂੰ ਕੁਦਰਤ ਵੱਲੋਂ ਸਰੀਰ ਤੋਂ ਵੱਖ ਰਹਿ ਜਾਂਦਾ, ਅਸੀਂ ਆਪਦੇ ਆਪ ਨਹੀਂ ਸਿੱਖਿਆ, ਮਾਲਕ ਹੁਕਮ ਦਿੰਦਾ ਕਾਲ ਨੂੰ। ਇਹ ਦੇਸ਼ ਦਾ ਮੁਖੀ ਹੈ ਜਿਹੜਾ, ਉਹ ਕਾਲ ਹੈ। ਆਪਾਂ ਜਦੋਂ ਆ ਗਏ ਇੱਧਰ ਆ ਕੇ ਅਸੀਂ ਕਰਮ ਹੀ ਕਰੀ ਜਾਂਦੇ, ਦਿਨ ਰਾਤ ਲੱਗਾ ਰਹਿੰਦਾ ਜੀਵ ਕਰਨ, ਜਾਂ ਲੜਾਈਆਂ ਝਗੜੇ ਕਰ ਲਏ ਜਾਂ ਕੰਮ ਕਰ ਲਿਆ, ਵਿਹਲੇ ਹੋਏ ਤੇ ਵਿਚਾਰਾਂ ਦਾ ਟਕਰਾ ਕਰ ਲਿਆ। ਮਾਲਕ ਦੇਖਦੇ ਵੀ ਇਹ ਤਾਂ ਵਾਪਸ ਆਉਂਦੇ ਹੀ ਨਹੀਂ, ਵੀ ਇਹ ਤਾਂ ਭੁੱਲ ਹੀ ਗਏ ਇੱਥੇ ਜਾ ਕੇ, ਇਹਨਾਂ ਨੂੰ ਪਤਾ ਨਹੀਂ। ਹੁਣ ਆਪਾਂ ਨੂੰ ਨਹੀਂ ਪਤਾ, ਆਪਾਂ ਨੂੰ ਮਰਨਾ ਨਹੀਂ ਆਉਂਦਾ, ਇਸ ਕਰਕੇ ਆਪਾਂ ਸਿੱਖਿਆ ਨਹੀਂ ਇਹ ਸਰੀਰ ਤੋਂ ਕਿਵੇਂ ਵੱਖ ਹੋਣਾ। ਉਹ ਫਿਰ ਮਾਲਕ ਕਾਲ ਨੂੰ ਹੁਕਮ ਦਿੰਦੇ ਵੀ ਇਹਨੂੰ ਵਾਪਸ ਭੇਜੋ, ਵੀ ਆਪਦੇ ਆਪ ਤਾਂ ਆਉਂਦਾ ਨਹੀਂ ਹੁਣ। ਫਿਰ ਸਾਨੂੰ ਕਾਲ ਹੀ ਸਰੀਰ ਦੇ ਵਿੱਚੋਂ ਬਾਹਰ ਕੱਢਦਾ, ਤੇ ਉਹ ਕਿਵੇਂ ਬਾਹਰ ਕੱਢਦਾ, ਕਿਹੜੀ ਵਿਧੀ, ਕਿਹੜਾ ਤਰੀਕਾ ਅਪਣਾਉਂਦਾ, ਉਹ ਫਿਰ ਆਪਾਂ ਨੂੰ ਸਤਿਗੁਰੂ ਗੁਰਬਾਣੀ 'ਚ ਦੱਸਦੇ ਵੀ ਤਾਂ ਕਿ ਸਾਨੂੰ ਸਮਝ ਲੱਗ ਜੇ। ਇਹ ਜਿੱਥੇ ਹੁਣ ਸਾਡਾ ਮਨ ਆਇਆ ਤ੍ਰੈ ਗੁਣਾਂ 'ਚ ਭਵ ਸਾਗਰ 'ਚੋਂ, ਭਵ ਸਾਗਰ ਨੂੰ ਬੰਦ ਕਰ ਦਿੰਦਾ ਕਾਲ ਹੈ ਜਿਹੜਾ। ਭਵ ਸਾਗਰ ਨੂੰ ਬੰਦ ਕਰਕੇ ਜਿਹੜੇ ਸਾਡੇ ਦੋ ਨੇਤਰ ਨੇ, ਇਹਨਾਂ ਨੂੰ ਚੰਦ ਤੇ ਸੂਰਜ ਦਾ ਨਾਮ ਦਿੱਤਾ। ਸੱਜਾ ਨੇਤਰ ਸੂਰਜ, ਖੱਬਾ ਚੰਦਰਮਾ।
ਸੂਰਜ ਨੂੰ ਚੰਦਰਮਾ ਦੇ ਘਰੇ ਕਰ ਦਿੰਦਾ ਅਤੇ ਇੱਥੋਂ ਦੀ ਸਾਡੇ ਮਨ ਨੂੰ ਬਾਹਰ ਕੱਢ ਦਿੰਦਾ। ਮਹਾਰਾਜ ਦੱਸਦੇ ਵੀ ਕਿਹੜੀ ਜੁਗਤੀ ਤਰੀਕਾ ਅਪਣਾਉਂਦਾ। ਕਹਿੰਦੇ ਰਾਜ ਤਨ ਸਤ ਕਾਲ ਸਮਾਵੇ, ਸਸੀਅਰ ਕੇ ਘਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਵੀ ਜਿਹੜਾ ਕਾਲ ਹੈ ਉਹਨੇ ਤ੍ਰੈ ਗੁਣ ਰਾਜੋ ਤਮੋ ਸਤੋ ਗੁਣ ਆਪਦੇ ਵਿੱਚ ਸਮਾ ਲਏ, ਭਵ ਸਾਗਰ ਨੂੰ ਬੰਦ ਕਰ ਦਿੱਤਾ। ਅਤੇ ਸਸੀਅਰ ਕੇ ਘਰ ਸੂਰ ਸਮਾ ਗਿਆ, ਵੀ ਇਹ ਜਿਹੜਾ ਸੂਰਜ ਸੀ ਇਹਨੂੰ ਚੰਦਰਮਾ ਵਾਲੇ ਪਾਸੇ ਕਰ ਦਿੱਤਾ ਅਤੇ ਇੱਥੋਂ ਦੀ ਸਾਡੇ ਮਨ ਨੂੰ ਬਾਹਰ ਕੱਢ ਦਿੱਤਾ ਵੀ ਜਾਓ ਆਪਦੇ ਦੇਸ਼ ਨੂੰ, ਨਿਕਲੋ ਇੱਥੋਂ ਬਾਹਰ। ਅਤੇ ਸਾਨੂੰ ਇੱਥੋਂ ਜਦੋਂ ਕੱਢ ਦਿੰਦਾ ਅਤੇ ਉਦੋਂ ਕਹਿੰਦੇ ਵੀ ਇੱਧਰੋਂ ਮਰ ਗਏ, ਇੱਧਰੋਂ ਸਾਡੀ ਮੌਤ ਹੋ ਗਈ। ਅਤੇ ਹੁਣ ਅੱਗੇ ਅਸੀਂ ਸਿੱਖਿਆ ਨਹੀਂ ਜਾਣਾ, ਕਿਉਂਕਿ ਨਾ ਤਾਂ ਅਸੀਂ ਇੱਧਰ ਸਿੱਖਿਆ, ਇਹਨੂੰ ਕਿਵੇਂ ਛੱਡਣਾ, ਇਹਦੇ 'ਚੋਂ ਨਿਕਲਣਾ ਵੀ ਨਹੀਂ ਸਿੱਖਿਆ, ਅਤੇ ਨਾ ਅਸੀਂ ਅੱਗੇ ਚੱਲਣਾ ਸਿੱਖਿਆ ਵੀ ਅੱਗੇ ਅਸੀਂ ਜਾਣਾ ਕਿਵੇਂ। ਉਹ ਫਿਰ ਸਾਨੂੰ ਤਾਂ ਕਰਕੇ ਨਹੀਂ ਪਤਾ ਲੱਗਦਾ। ਅਤੇ ਜਦੋਂ ਫਿਰ ਅਸੀਂ ਅੱਗੇ ਜਾਂਦੇ ਹਾਂ ਅਚਨਚੇਤ ਫਿਰ ਮਾਲਕ ਸਾਨੂੰ ਜਦੋਂ ਜਗਾ ਲੈਂਦਾ, ਸਾਡੀ ਸੁਰਤੀ ਸਾਡਾ ਮਨ ਜਾਗ ਪੈਂਦਾ ਅਤੇ ਜਾ ਕੇ ਅਸੀਂ ਸੁਪਨਾ ਦੇਖਣਾ ਸ਼ੁਰੂ ਕਰ ਦਿੰਦੇ। ਜਾ ਕੇ ਵੀ ਸਾਡਾ ਧਿਆਨ ਜਿਹੜਾ ਉੱਥੇ ਘਰੇ ਗਿਆ ਹੁੰਦਾ ਵੀ ਥੱਲੇ ਨੂੰ ਰਹਿੰਦਾ, ਇੱਧਰ ਮਾਇਆ ਦੇ ਨਾਲ ਇੰਨਾ ਸਾਡਾ ਮਨ ਬੱਝਾ, ਉੱਤੋਂ ਜਾ ਕੇ ਵੀ ਥੱਲੇ ਨੂੰ ਦੇਖਦਾ। ਫਿਰ ਇਹ ਤਰਲੋਕੀ ਜਿਹੜੀ ਸਾਨੂੰ ਉੱਪਰੋਂ ਛੋਟੀ ਜਿਹੀ ਨਜ਼ਰ ਆਉਂਦੀ ਹੈ ਸਾਰੀ, ਅਤੇ ਉਹਨੂੰ ਫਿਰ ਆਪਾਂ ਸੁਪਨਾ ਕਹਿੰਦੇ ਹਾਂ। ਵੀ ਰਾਤ ਮੈਨੂੰ ਆਹ ਸੁਪਨਾ ਆਇਆ ਸੀ, ਸੁਪਨੇ 'ਚ ਮੈਂ ਇਹਨੂੰ ਮਿਲਿਆ, ਮੈਂ ਆਹ ਦੇਖਿਆ। ਉੱਥੇ ਫਿਰ ਸਾਨੂੰ ਜਦੋਂ ਇਹ ਤਰਲੋਕੀ ਥੱਲੇ ਰਹਿ ਜਾਂਦੀ, ਜਿੰਨੇ ਵੀ ਸਤਿਯੁਗ ਤੋਂ ਲੈ ਕੇ ਹੁਣ ਤੱਕ ਆਪਾਂ ਆਕਾਰ ਲੈ ਚੁੱਕੇ ਹਾਂ, ਜਿਹੜੀਆਂ ਜਿਹੜੀਆਂ ਜੂਨਾਂ 'ਚ ਆਪਾਂ ਰਹਿ ਕੇ ਆਏ ਹਾਂ, ਉਹ ਸਾਡੇ ਸੂਖਮ ਆਕਾਰ ਵੀ ਇੱਥੇ ਖਾਲੀ ਖਲਾ 'ਚ ਮੌਜੂਦ ਨੇ ਆਕਾਸ਼ ਲੋਕ ਦੇ ਵਿੱਚ। ਅਤੇ ਉਹ ਆਪਣੀਆਂ ਆਵਾਜ਼ਾਂ ਵੀ ਜਿਹੜੀਆਂ ਆਪਾਂ ਬੋਲਦੇ ਰਹੇ ਹਾਂ, ਉਹ ਸਾਡੀਆਂ ਆਵਾਜ਼ਾਂ ਵੀ ਇੱਥੇ ਮੌਜੂਦ ਨੇ, ਸਾਰੀਆਂ ਸਟੋਰ ਨੇ। ਸੁਪਨਾ ਫਿਰ ਜਦੋਂ ਆਪਾਂ ਦੇਖਦੇ ਹਾਂ, ਉਸ ਸੁਪਨੇ ਦੇ ਵਿੱਚ ਅਸੀਂ ਆਪਦਾ ਕਈ ਵਾਰੀ ਪਿਛੋਕੜ ਦੇਖਦੇ ਹਾਂ। ਉਹ ਜਿਵੇਂ ਕਈਆਂ ਨੂੰ ਉਹ ਇੱਕ ਗੁਰਮੁਖਾਂ ਦਾ ਫੋਨ ਆਇਆ, ਉਹ ਕਹਿੰਦਾ ਮੈਨੂੰ ਸੱਪ ਬੜੇ ਦਿਖਦੇ ਨੇ, ਅਤੇ ਮੈਨੂੰ ਦੱਸੋ ਵੀ ਇੰਨੇ ਕਾਹਤੋਂ ਦਿਖਦੇ ਨੇ। ਉਹਨਾਂ ਨੂੰ ਦੱਸਿਆ ਵੀ ਤੁਸੀਂ ਪਿਛਲੇ ਜਨਮ 'ਚ ਸੱਪ ਹੋਵੋਗੇ। ਉਹ ਸੱਪ ਸਾਨੂੰ ਤਾਂ ਨਜ਼ਰ ਆਉਂਦੇ ਵੀ ਜਿਹੜੀ ਸਾਡਾ ਪਿਛਲਾ ਆਕਾਰ ਹੁੰਦਾ ਉਹ ਸਾਨੂੰ ਨਜ਼ਰ ਆਉਂਦਾ। ਜਿਵੇਂ ਧਿਆਨ ਦੁਆਰਾ ਆਪਣੀ ਕਾਇਆ ਪਲਟਦੀ, ਜਿਵੇਂ ਸੱਪ ਹੁੰਦਾ, ਸੱਪ ਨੂੰ ਬੰਦਾ ਮਾਰ ਦਿੰਦਾ ਹੈ, ਜਦੋਂ ਮਾਰ ਦਿੰਦਾ ਅਤੇ ਉਹਦਾ ਧਿਆਨ ਸੱਪ ਦਾ ਆਪਣੇ ਵੱਲ ਰਹਿ ਜਾਂਦਾ, ਜਿਹੜਾ ਮਾਰ ਰਿਹਾ ਉਹਨੂੰ ਉਹਦੇ ਵੱਲ ਉਹਦਾ ਧਿਆਨ ਹੋ ਗਿਆ ਅਤੇ ਉਹ ਸੱਪ ਤੋਂ ਮਾਨਸ ਜਾਮੇ 'ਚ ਆ ਗਈ। ਅਤੇ ਇਸ ਤਰ੍ਹਾਂ ਉਹ ਕਾਇਆ ਪਲਟਦੀ ਹੈ ਵੀ ਜਿੱਧਰ ਨੂੰ ਧਿਆਨ ਹੋ ਜਾਂਦਾ ਉਹੀਓ ਸਾਨੂੰ ਆਕਾਰ ਮਿਲ ਜਾਂਦਾ। ਅਤੇ ਉਹ ਫਿਰ ਉਹਨਾਂ ਨੂੰ ਤਾਂ ਦਿਖਦਾ ਕਿਉਂਕਿ ਉਹ ਪਹਿਲਾਂ ਸਾਡਾ ਜਨਮ ਹੁੰਦਾ ਸੱਪ ਦੀ ਜੂਨ 'ਚ ਰਹਿ ਕੇ ਆਏ, ਉਹ ਤਾਂ ਕਰਕੇ ਉਹ ਸੱਪ ਨਜ਼ਰ ਆਉਂਦੇ। ਅਤੇ ਜਾਂ ਹੋਰ ਅਸੀਂ ਜਿਹੜੇ ਜਿਹੜੇ ਆਕਾਰਾਂ 'ਚ ਰਹੇ ਹਾਂ, ਸਾਨੂੰ ਉਹ ਆਕਾਰ ਨਜ਼ਰ ਆਉਂਦੇ ਨੇ। ਕਿਸੇ ਨੂੰ ਹੋਰ ਕੋਈ ਜਾਨਵਰ ਦਿਖਦਾ, ਕਿਸੇ ਨੂੰ ਕੁਛ ਦਿਖਦਾ, ਕਿਸੇ ਨੂੰ ਕੁਛ, ਉਹ ਸਾਡੀਆਂ ਜੂਨਾਂ ਹੀ, ਉਹ ਆਕਾਰ ਸਾਡੇ ਹੀ ਨੇ, ਅਸੀਂ ਉੱਥੇ ਰਹਿ ਕੇ ਆਏ ਪਹਿਲਾਂ। ਸੋ ਉਹਨੂੰ ਫਿਰ ਆਪਾਂ ਸੁਪਨਾ ਕਹਿੰਦੇ ਹਾਂ। ਅਤੇ ਮਾਰੇ ਫਿਰ ਦੱਸਦੇ ਵੀ ਅਸਲ ਦੇ ਵਿੱਚ ਉਹ ਸੁਪਨਾ ਨਹੀਂ, ਉੱਥੇ ਜਾ ਕੇ ਅਸੀਂ ਜਾਗੇ ਹੁੰਦੇ ਹਾਂ, ਸਾਡਾ ਮਨ ਜਾਗ ਪੈਂਦਾ ਹੈ ਅਤੇ ਜਾ ਕੇ ਉਹ ਪਿਛਾਕੜ ਦੇਖਦਾ, ਅਤੇ ਉਹ ਸੁਪਨਾ ਨਹੀਂ ਹੁੰਦਾ, ਉਹ ਅਸਲੀਅਤ ਹੀ ਹੁੰਦੀ ਆ। ਉੱਥੇ ਅਸੀਂ ਰਹਿ ਕੇ ਆਏ ਹਾਂ, ਉਹ ਅਸੀਂ ਤਾਂ ਦੇਖਦੇ ਹਾਂ ਉਹ ਥਾਂ। ਜਿਸ ਨੂੰ ਮਾਰੇ ਗੁਰਬਾਣੀ 'ਚ ਕਹਿੰਦੇ ਸਾਧ ਸਰਨ ਚਰਨ ਚਿੱਤ ਲਾਇਆ, ਸੁਪਨ ਕੀ ਬਾਤ ਸੁਣੀ, ਏਖੀ ਸੁਪਨਾ ਸਤਿਗੁਰੂ ਨਾਮ ਮੰਤਰ ਦੇ ਰੜਾਇਆ। ਬਈ ਜਦੋਂ ਆਪਾਂ ਸੰਗਤ ਦੇ ਵਿੱਚ ਆਉਂਦੇ ਹਾਂ, ਸੁਪਨੇ ਦੀ ਗੱਲ ਚੱਲਦੀ, ਅਤੇ ਮਹਾਰਾਜ ਕਹਿੰਦੇ ਵੀ ਉਹ ਸੁਪਨਾ ਨਹੀਂ ਹੈ, ਉਹ ਤਾਂ ਤੁਹਾਡਾ ਦੇਸ਼ ਹੈ। ਉੱਥੇ ਜਾ ਕੇ ਆਪਾਂ ਜਾਗ ਪੈਂਦੇ, ਪਰ ਜਾਗੇ ਅਚਨਚੇਤ ਜਾਗੇ ਹਾਂ, ਆਪਦੇ ਆਪ ਨਹੀਂ ਜਾਗੇ, ਸ਼ਬਦ ਦੀ ਕਮਾਈ ਨਾਲ ਨਹੀਂ ਜਾਗੇ, ਸਿਮਰਨ ਕਰਕੇ ਨਹੀਂ ਜਾਗੇ, ਉੱਦਾਂ ਜਾਗ ਪਏ ਸਹਿਜ ਸੁਭਾਈ। ਅਤੇ ਜਦੋਂ ਜਾਗੇ ਅਤੇ ਉਹ ਪਿਛੋਕੜ ਦੇਖਣਾ ਸ਼ੁਰੂ ਕਰ ਦਿੱਤਾ, ਸੁਪਨਾ
ਉਹਦੇ ਵਿੱਚ ਕਈ ਵਾਰ ਆਪਾਂ ਪਤਾ ਨਹੀਂ ਕਿੰਨਿਆਂ ਕੁ ਨੂੰ ਮਾਰਿਆ ਜਾਂ ਆਪਾਂ ਨੂੰ ਮਾਰਿਆ, ਉਹ ਲੜਾਈਆਂ ਝਗੜੇ ਉਵੇਂ ਉਹ ਕਰਦੇ ਦਿਸੀ ਜਾਂਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸੁਪਨਾ ਦਰਅਸਲ ਇਹ ਹੈ, ਇੱਥੇ ਆ ਕੇ ਸਾਡਾ ਮਨ ਸੌਂ ਜਾਂਦਾ ਅਤੇ ਇੱਥੇ ਅਸੀਂ ਸੁਪਨਾ ਦੇਖਦੇ। ਇਹ ਸੰਸਾਰ ਨੂੰ ਸੁਪਨਾ ਆਖੀਏ। ਇਹ ਭਾਵ ਸਾਗਰ ਦੇ ਵਿੱਚ ਜਦੋਂ ਸਾਡਾ ਮਨ ਹੁੰਦਾ ਵਿਚਾਰਾਂ 'ਚ, ਉਦੋਂ ਇਹ ਸੁਪਨੇ ਦੇ ਵਿੱਚ ਚੱਲਦਾ, ਇੱਥੇ ਆ ਕੇ ਸੌਂ ਜਾਂਦਾ। ਅਤੇ ਇਸ ਵਾਸਤੇ ਜੇ ਹੁਣ ਸਾਡਾ ਮਨ ਜਾਗ ਪਏ ਫਿਰ ਇੱਥੇ ਵੀ ਜਾਗੇਗਾ, ਇੱਥੇ ਵੀ ਸੁਪਨਾ ਨਹੀਂ ਦੇਖੇਗਾ, ਅਤੇ ਜਦੋਂ ਆਪਣੇ ਘਰ ਜਾਏਗਾ ਦੇਸ਼ ਉੱਥੇ ਜਾ ਕੇ ਵੀ ਜਾਗੇਗਾ। ਅਤੇ ਉਹਨੂੰ ਕਹਿੰਦੇ ਆਨ ਦਿਨ ਜਾਗਣਾ, ਵੀ ਗੁਰਮੁਖ ਨੇ ਜਿਹੜੇ ਸੰਤ ਉਹ ਆਨ ਦਿਨ ਜਾਗਦੇ। ਜਿਸ ਨੂੰ ਮਹਾਰਾਜ ਕਹਿੰਦੇ ਭਿੰਨੀ ਰੈਣੜੀਏ ਚਮਕਣ ਤਾਰੇ, ਜਾਗਣ ਸੰਤ ਜਨ ਮੇਰੇ ਰਾਮ ਪਿਆਰੇ, ਵੀ ਰਾਮ ਦੇ ਪਿਆਰੇ ਸੰਤ ਜਨ ਜਾਗਦੇ ਅਤੇ ਜਿਹੜੇ ਮਰਮੁਖ ਉਹ ਸੁੱਤੇ ਪਏ। ਆਹ ਸਰੀਰ ਦਾ ਜਾਗਣਾ ਨਹੀਂ, ਮਨ ਦਾ ਜਾਗਣਾ, ਵੀ ਉਹ ਮਨ ਕਰਕੇ ਜਾਗਦੇ ਨੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਮਨ ਨੂੰ ਜਗਾਓ, ਅਤੇ ਕਿਵੇਂ ਜਗਾਈਏ ਉਹਦੇ ਵਾਸਤੇ ਫਿਰ ਇਸੇ ਮਨ ਕਰਨਾ। ਮਹਾਰਾਜ ਫਰਮਾਉਂਦੇ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਆਓ ਹੁਣ ਕਿਵੇਂ ਆਪਾਂ ਆਪਣੇ ਮਨ ਨੂੰ ਜਗਾਉਣਾ, ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾਸੇ ਮਨ ਦੱਸ ਰਹੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਜਦੋਂ ਵੀ ਆਪਾਂ ਸਿਮਰਨ ਕਰਦੇ ਹਾਂ, ਨਾਲ ਨਾਲ ਸਤ ਸੰਗਤ ਕਰਦੇ ਹਾਂ, ਮਨ ਨੂੰ ਗੁਰੂ ਦੀ ਮੱਤ ਦਿੰਦੇ ਹਾਂ, ਗਿਆਨ ਦਿੰਦੇ ਹਾਂ, ਫਿਰ ਇਹ ਸਾਡਾ ਮਨ ਜਾਗਦਾ। ਜਦੋਂ ਮਨ ਜਾਗੇਗਾ ਫਿਰ ਇਹਨੂੰ ਸੋਝੀ ਆਉਂਦੀ ਕਿ ਇਹ ਸੰਸਾਰ ਦਾ ਸਾਰਾ ਹੀ ਖੇਲ ਹੈ ਜਿਹੜਾ ਇਹ ਉਲਟ ਚੱਲਦਾ, ਪੁੱਠਾ ਚੱਲਦਾ। ਗੁਰਬਾਣੀ ਗੁਰੂ ਜੀ ਆਪਾਂ ਨੂੰ ਸਿੱਧਾ ਦੱਸੇ ਤੇ ਸੰਸਾਰ ਦਾ ਪੁੱਠਾ ਹੈ, ਉਲਟ ਹੈ। ਫਿਰ ਆਪਣਾ ਸੰਸਾਰ ਦੇ ਨਾਲੋਂ ਤਾਂਹੀਓ ਖੇਲ ਫਿਰ ਉਲਟ ਜਾਂਦਾ, ਆਪਣਾ ਸਿੱਧਾ ਹੋ ਜਾਂਦਾ, ਸੰਸਾਰ ਦਾ ਮਤਲਬ ਪੁੱਠਾ ਹੈ। ਤਾਂਹੀਓ ਫਿਰ ਭਗਤਾਂ ਦਾ ਤੇ ਸੰਸਾਰੀਆਂ ਦਾ ਆਪਸ ਵਿੱਚ ਮੇਲ ਨਹੀਂ ਆਉਂਦਾ, ਉਹਨਾਂ ਦਾ ਜੋੜ ਨਹੀਂ ਆਉਂਦਾ। ਮਾਰੇ ਫਰਮਾਉਂਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਕਾਹਤੋਂ ਨਹੀਂ ਜੋੜ ਆਉਂਦਾ, ਕਿਉਂ ਨਹੀਂ ਆਉਂਦਾ? ਕਿਉਂਕਿ ਉਹਨਾਂ ਦਾ ਭਗਤਾਂ ਦਾ ਖੇਲ ਸਿੱਧਾ ਹੈ, ਸੰਸਾਰ ਦਾ ਪੁੱਠਾ ਹੈ, ਉਲਟ ਹੈ। ਤਾਂ ਕਰਕੇ ਫਿਰ ਉਹਨਾਂ ਦਾ ਆਪਸ ਵਿੱਚ ਮੇਲ ਘੱਟ ਆਉਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਣਾ ਵੀ ਸਿੱਧਾ ਹੋ ਜੀ, ਉਹਦੇ ਵਾਸਤੇ ਫਿਰ ਇਹ ਆਪਾਂ ਸੰਗਤ ਨਹੀਂ ਛੱਡਣੀ। ਇਸ ਤਰ੍ਹਾਂ ਸੰਗਤ 'ਚ ਇਕੱਠੇ ਹੋ ਕੇ ਰਹੋ। ਮਹਾਰਾਜ ਕਹਿੰਦੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਜਿਵੇਂ ਆਪਾਂ ਮੱਖੀਆਂ ਦੇਖਦੇ ਹਾਂ, ਮਧਪ ਮਖਿਆਲ ਇਕੱਠੀਆਂ ਹੋ ਕੇ ਰਹਿੰਦੀਆਂ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਤ ਸੰਗਤ ਨਾ ਛੱਡੋ। ਹੋਰ ਚਾਹੇ ਅਸੀਂ ਸਾਰਾ ਕੁਛ ਭੁੱਲ ਜਾਈਏ, ਸੰਗਤ ਨਾ ਕਰਨੀ ਭੁੱਲੀਏ। ਬਈ ਇਹਦੇ ਵਿੱਚ ਆ ਕੇ ਸੰਗਤ ਦੇ ਸਾਡਾ ਮਨ ਜਾਗਦਾ। ਜਿਨ੍ਹਾਂ ਨੇ ਵੀ ਮਾਲਕ ਨਾਲ ਮਿਲਾਪ ਕੀਤਾ ਉਹਨਾਂ ਨੇ ਸਤ ਸੰਗਤ ਕਰਕੇ ਕੀਤਾ। ਤਾਂਹੀਓ ਮਹਾਰਾਜ ਕਹਿੰਦੇ ਜਿਸ ਨੂੰ ਤੁਧ ਦਿਖਾਲੇ ਦਰਸ਼ਨ ਸਾਧ ਸੰਗਤ ਕੇ ਪਾਛੇ। ਵੀ ਜਿਹਨੂੰ ਵੀ ਤੂੰ ਦਰਸ਼ਨ ਦਿੱਤੇ, ਜਿਹਨੂੰ ਵੀ ਤੂੰ ਮਿਲੇ ਸਤ ਸੰਗਤ ਕਰਕੇ, ਸਤ ਸੰਗਤ ਦੇ ਵਿੱਚ ਸਾਰਾ ਭੇਤ ਲੈ ਕੇ, ਸੋਝੀ ਲੈ ਕੇ। ਉਹ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਵੱਡੇ ਭਾਗਾਂ ਦੇ ਨਾਲ ਇਹ ਸਾਨੂੰ ਜੋ ਸਤ ਸੰਗਤ ਹੈ ਪ੍ਰਾਪਤ ਹੁੰਦੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਸੰਗਤ ਨਹੀਂ ਕਰਾਂਗੇ ਤੇ ਸਾਡਾ ਮਨ ਮੈਲਾ ਹੀ ਰਹਿਣਾ, ਸਾਡੇ ਮਨ ਨੇ ਭਰਮ 'ਚ ਹੀ ਰਹਿਣਾ। ਜੇ ਆਪਾਂ ਆਖੀਏ ਵੀ ਸਤ ਸੰਗਤ ਤੋਂ ਬਿਨਾਂ ਸਾਡਾ ਮਨ ਸ਼ੁੱਧ ਹੋ ਜੇ, ਸਾਡਾ ਮਨ ਨਿਰਮਲ ਹੋ ਜੇ, ਨਹੀਂ ਹੋਣਾ, ਉਹਨੇ ਹੋਰ ਗੰਦਾ ਹੋ ਜਾਣਾ, ਹੋਰ ਮੈਲਾ ਹੋ ਜਾਣਾ। ਤਾਂਹੀਓ ਆਪਾਂ ਨੂੰ ਕਹਿੰਦੇ ਵੀ ਸਤ ਸੰਗਤ ਰੋਜ਼ ਕਰੋ। ਜਿਵੇਂ ਰੋਜ਼ ਦੀ ਰੋਜ਼ ਦਾ ਖੇਲ ਹੈ, ਆਪਾਂ ਨਿੱਤ ਆਉਂਦੇ ਹਾਂ ਇੱਥੋਂ ਤੇ ਰੋਜ਼ ਹੀ ਵਾਪਸ ਜਾਣਾ, ਫੇਰ ਆਉਣਾ, ਫੇਰ ਵਾਪਸ ਜਾਣਾ। ਜਿਵੇਂ ਆਪਾਂ ਰੋਜ਼ ਇਹ ਤਨ ਨੂੰ ਨਹਾਉਂਦੇ ਹਾਂ, ਇਸ਼ਨਾਨ ਕਰਦੇ ਹਾਂ, ਤਨ ਦੇ ਕੱਪੜੇ ਬਦਲਦੇ ਹਾਂ, ਇਹਨੂੰ ਰੋਜ਼ ਭੋਜਨ ਦਿੰਦੇ ਹਾਂ, ਰੋਜ਼ ਕੰਮ ਕਰਦੇ ਹਾਂ, ਕਿਰਤ ਕਰਦੇ ਹਾਂ। ਇਸੇ ਤਰ੍ਹਾਂ ਹੀ ਮਨ ਵਾਸਤੇ ਰੋਜ਼ ਮਨ ਲਈ ਸਿਮਰਨ ਕਰਨਾ, ਰੋਜ਼ ਮਨ ਦਾ ਇਸ਼ਨਾਨ ਕਰਾਉਣਾ, ਰੋਜ਼ ਮਨ ਨੂੰ ਕੱਪੜਾ ਪਹਿਨਾਉਣਾ, ਸਿਫਤ ਸਲਾਹ ਦਾ, ਮਾਲਕ ਦੀ ਵਡਿਆਈ ਦਾ। ਰੋਜ਼ ਅਸੀਂ ਸਤ ਸੰਗਤ ਕਰਨੀ, ਰੋਜ਼ ਮਨ ਨੂੰ ਭੋਜਨ ਦੇਣਾ, ਅੰਮ੍ਰਿਤ। ਤਾਂਹੀਓ ਮਹਾਰਾਜ ਕਹਿੰਦੇ ਹਰ ਹਰ ਕਥਾ ਨਿੱਤ ਕਰ, ਗੁਰਮੁਖ ਕਥਾ ਕਹਾਣੀ। ਮਹਾਰਾਜ ਕਹਿੰਦੇ ਕਥਾ ਨਿੱਤ ਕਰਨੀ, ਨਿੱਤ ਸੁਣਨੀ, ਆਪਾਂ ਨਿੱਤ ਕਰਨੀ। ਕਿਉਂਕਿ ਨਿੱਤ ਦੀ ਨਿੱਤ ਦਾ ਖੇਲ ਹੈ, ਰੋਜ਼ ਦੀ ਰੋਜ਼ ਦਾ। ਇਹ ਨਹੀਂ ਬਈ ਆਪਾਂ ਅੱਜ ਜਿੱਤ ਕੇ ਕੱਲ੍ਹ ਨੂੰ ਫੇਰ ਆਉਣਾ, ਕੱਲ੍ਹ ਨੂੰ ਫੇਰ ਲੋੜ ਹੈ। ਹੁਣ ਜਿਵੇਂ ਆਪਾਂ ਅੱਜ ਸਰੀਰ ਨੂੰ ਪ੍ਰਸ਼ਾਦਾ ਭੋਜਨ ਛਕਾ ਲਿਆ, ਇਹ ਤਾਂ ਹੈ ਨਹੀਂ ਵੀ ਅੱਜ ਛਕ ਲਿਆ ਕੱਲ੍ਹ ਨੂੰ ਲੋੜ ਨਹੀਂ, ਕੱਲ੍ਹ ਨੂੰ ਫੇਰ ਆਵਾਂਗੇ, ਫੇਰ ਇਹਨੂੰ ਖਵਾਉਣਾ ਪੈਣਾ ਸਰੀਰ ਨੂੰ। ਕੱਲ੍ਹ ਨੂੰ ਫੇਰ ਆਵਾਂਗੇ, ਫੇਰ ਇਹਨੂੰ ਨਹਾਉਣਾ ਪੈਣਾ, ਫੇਰ ਇਹਨੂੰ ਕੱਪੜੇ ਬਦਲਣੇ ਪੈਣੇ, ਫੇਰ ਕੱਲ੍ਹ ਨੂੰ ਕੰਮ ਕਰਨਾ ਪੈਣਾ। ਇਹ ਤਾਂ ਹੈ ਨਹੀਂ ਵੀ ਆਪਾਂ ਅੱਜ ਕਰ ਲਿਆ ਕੱਲ੍ਹ ਨੂੰ ਲੋੜ ਨਹੀਂ। ਉਹ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਰੋਜ਼ ਦੀ ਰੋਜ਼ ਦਾ ਖੇਲ ਹੈ ਤੇ ਰੋਜ਼ ਲੋੜ ਹੈ। ਤੇ ਜੇ ਅਸੀਂ ਨਾ ਕਰਾਂਗੇ ਤੇ ਮਨ ਨੇ ਪਿੱਛੇ ਨਹੀਂ ਜਾਣਾ, ਮਨ ਨੇ ਮੈਲਾ ਹੀ ਹੋਣਾ।
ਜਿਵੇਂ ਸਰੀਰ ਨੂੰ ਇੱਕ ਦਿਨ ਨਾ ਨਮਾਓ ਮੈਲਾ ਹੋ ਜਾਏਗੀ, 2 ਦਿਨ ਨਾ ਨਮਾਓ ਹੋਰ ਮੈਲ ਚੜ੍ਹ ਜਾਏਗੀ, 4 ਦਿਨ ਨਾ ਨਮਾਓ ਹੋਰ ਮੁਸ਼ਕ ਮਾਰਨ ਲੱਗ ਜਾਏਗੀ। ਉਹੀਓ ਹਾਲਤ ਮਨ ਦੀ। ਸਿਮਰਨ ਨਹੀਂ ਕਰਾਂਗੇ, ਸਤ ਸੰਗਤ ਨਹੀਂ ਕਰਾਂਗੇ, ਇਹਨੇ ਗੰਦਾ ਹੁੰਦਾ ਜਾਣਾ। ਅਤੇ ਉਹ ਗੰਦਗੀ ਫਿਰ ਜਦੋਂ ਮਨ ਗੰਦਾ ਹੋ ਜਾਂਦਾ, ਮੈਲਾ ਹੋ ਜਾਂਦਾ, ਉਹ ਜੀਵ ਦੇ ਮੁੱਖ ਰਾਹੀਂ ਗੰਦਗੀ ਬਾਹਰ ਨਿਕਲਦੀ ਹੈ। ਅਤੇ ਫਿਰ ਉਦੋਂ ਪਤਾ ਲੱਗਦਾ ਵੀ ਇਹਨਾਂ ਦਾ ਮਨ ਸ਼ੁੱਧ ਨਹੀਂ ਹੈ, ਇਹਨਾਂ ਦਾ ਮਨ ਮੈਲਾ ਹੈ। ਜਦੋਂ ਜੀਵ ਬੋਲੇਗਾ ਨਾ ਉਦੋਂ ਉਹਦੇ ਭਾਸ਼ਾ ਤੋਂ ਪਤਾ ਲੱਗੇਗਾ ਵੀ ਇਹਦਾ ਮਨ ਕਿਹੋ ਜਿਹਾ। ਜਿਹਦਾ ਮਨ ਮੈਲਾ ਉਹਨੇ ਫਿੱਕਾ ਬੋਲਣਾ, ਉਹਦੇ ਬਚਨਾਂ ਦੇ ਵਿੱਚ ਕੋਈ ਰਸ ਨਹੀਂ ਹੋਏਗਾ, ਉਹ ਮਿੱਠਾ ਨਹੀਂ ਬੋਲੇਗਾ, ਉਹਨੇ ਫਿੱਕਾ ਬੋਲਣਾ, ਮਾੜਾ ਬੋਲਣਾ, ਮਾੜੇ ਵਚਨ ਮੁੱਖ 'ਚੋਂ ਕੱਢਣੇ, ਉਹਨੇ ਕਿਸੇ ਦੀ ਨਿੰਦਿਆ ਕਰਨੀ, ਵੈਰ ਵਿਰੋਧ ਦੀ ਗੱਲ ਕਰਨੀ, ਈਰਖਾ ਨਫ਼ਰਤ ਦੀ ਗੱਲ ਕਰਨੀ, ਹਉਮੈ ਹੰਕਾਰ ਦੀ ਗੱਲ ਕਰਨੀ। ਇਹ ਮੈਲੇ ਮਨ ਦੀਆਂ ਨਿਸ਼ਾਨੀਆਂ। ਅਤੇ ਜਦੋਂ ਮਨ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਫਿਰ ਇਹਨੇ ਮਿੱਠਾ ਬੋਲਣਾ, ਫਿਰ ਇਹਨੇ ਸਹਿਜ ਦੇ ਵਿੱਚ ਰਹਿਣਾ। ਸੋ ਇਸ ਵਾਸਤੇ ਸਹਿਜ ਵਿੱਚ ਤਾਂਹੀਓ ਰਹਿ ਸਕਦਾ, ਤਾਂਹੀਓ ਨਿਰਮਲ ਰਹਿ ਸਕਦਾ ਜੇ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ। ਨਹੀਂ ਕਰਾਂਗੇ ਅਤੇ ਇਹਨੇ ਮੈਲਾ ਹੁੰਦਾ ਜਾਣਾ। ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ ਹੈ, ਗੁਰਬਾਣੀ ਗੁਰੂ ਨੂੰ ਪੜ੍ਹਨਾ ਹੈ, ਵਿਚਾਰਨਾ ਹੈ। ਜਿਵੇਂ ਰੋਜ਼ ਤਨ ਵਾਸਤੇ, ਇਸੇ ਤਰ੍ਹਾਂ ਗੁਰਬਾਣੀ ਨੂੰ ਵੀ ਆਪਾਂ ਰੋਜ਼ ਪੜ੍ਹਨਾ ਅਤੇ ਵਿਚਾਰਨਾ। ਜੇ ਅਸੀਂ ਗੁਰਬਾਣੀ ਨੂੰ ਨਹੀਂ ਪੜ੍ਹਾਂਗੇ, ਨਹੀਂ ਵਿਚਾਰਾਂਗੇ, ਤਾਂ ਸਾਨੂੰ ਗਿਆਨ ਭੁੱਲ ਜਾਏਗਾ ਵੀ ਅਸੀਂ ਕੀ ਕਰਨ ਵਾਸਤੇ ਹਾਂ, ਸਾਨੂੰ ਇਹ ਭੁੱਲ ਜਾਏਗਾ। ਗੁਰਬਾਣੀ ਗੁਰੂ ਨੇ ਆਪਾਂ ਨੂੰ ਚੇਤਾ ਕਰਾਉਣਾ, ਇਸ ਕਰਕੇ ਆਪਾਂ ਪੜ੍ਹਨਾ, ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਗੁਰਮੁਖਾਂ ਨੇ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਗਿਆਨ ਦਿੱਤਾ, ਉਸੇ ਗਿਆਨ ਨੂੰ ਆਪਾਂ ਨਿੱਤ ਦ੍ਰਿੜ ਕਰਦੇ ਹਾਂ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਭੁੱਲੇ ਨਾ, ਵਿਸਰੇ। ਜੇ ਰੋਜ਼ ਚੇਤੇ ਕਰਾਂਗੇ ਤਾਂ ਹਿਰਦੇ 'ਚ ਵਸ ਹੀ ਜਾਏਗਾ, ਜੇ ਵਸ ਗਿਆ ਤਾਂ ਭੁੱਲਣਾ ਨਹੀਂ। ਕੋਈ ਇਸ ਵਾਸਤੇ ਹੁਣ ਆਪਾਂ ਇਹਦੇ ਸੰਗਤ ਕਰਕੇ ਵੱਧ ਤੋਂ ਵੱਧ ਜੀਵਨ ਦਾ ਲਾਹਾ ਕੱਟਣਾ ਅਤੇ ਭਵ ਸਾਗਰ ਤੋਂ ਪਾਰ ਲੰਘਣਾ। ਜੋ ਮਹਾਰਾਜ ਆਪਾਂ ਨੂੰ ਕਹਿੰਦੇ, ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰਿਆ, ਵੀ ਉਹਨਾਂ ਗੁਰਮੁਖਾਂ ਨੂੰ ਫਿਰ ਜਦੋਂ ਆਪਾਂ ਜਿਹੜੇ ਪਾਰ ਹੋ ਗਏ ਉਹਨਾਂ ਵੱਲ ਦੇਖਦੇ ਹਾਂ ਅਤੇ ਸਾਡੇ ਮਨ ਨੂੰ ਧੀਰਜ ਆਉਂਦਾ, ਉਹ ਫਿਰ ਆਪਣੇ ਮਨ ਨੂੰ ਧੀਰਜ ਦਿੰਦੇ ਵੀ ਆਪਾਂ ਵੀ ਨਿਕਲ ਸਕਦੇ ਹਾਂ, ਆਪਾਂ ਵੀ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ ਜੇ ਆਪਾਂ ਸਿਮਰਨ ਕਰੀਏ, ਸਤ ਸੰਗਤ ਕਰੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।